Chaudhry Mali Ram Zaildar, Kursi Nashi and Divisional Darbari Chak 93, Lailpur, belonged to a respectable family and is widely esteemed in his ilaka for many qualities of head and heart. ਇਦਾਂ ਸੀ ਜੀ ਪਹਿਲਾਂ ਜਦੋਂ ਨਾ ਸ਼ਹਿਰ ਨੂੰ ਸਮਾਨ ਲਿਜਾਣਾ ਨਾ ਜੀ ਕਪਾਹ ਜਾਣੀ ਆ ਜਾਂ ਕਣਕ ਜਾਣੀ ਆ ਅਤੇ ਫਿਰ ਨੌਕਰਾਂ ਜੀ ਨਾ ਨਹੀਂ ਨੌਕਰਾਂ ਨੇ ਕਹਿਣਾ ਜੀ ਮੱਖਣ ਦਿਓ ਜੀ ਮੱਖਣ। ਅੱਛਾ ਨਾ ਬੇਬੇ ਉਹਨੀਆਂ ਮੇਰੀ ਸੱਸ ਨੇ ਕਹਿਣਾ ਕੀ ਕਰਨਾ ਹੋਏ ਕਿ ਨਾ ਅੱਗੇ ਤੁਸੀਂ ਕਿੰਨਾ ਲੈ ਗਏ ਆ। ਉਹ ਕਹਿੰਦੇ ਹੋਰ ਚਾਹੀਦਾ ਸਾਨੂੰ ਕਿਉਂਕਿ ਗੱਡੇ ਸਾਰੇ ਜਾਣੇ ਆ ਅਸੀਂ ਟੈਰਾਂ ਨੂੰ ਦੇਣਾ ਗੱਡੇ ਦਾ ਦੀ ਉਹਦੀ ਵਾਹ ਜੀ ਵਾਹ। ਨਾ ਜੀ ਰਾਤੋਂ ਰਾਤੀ ਸਾਰਿਆਂ ਘਰਦਿਆਂ ਨੇ ਅੰਦਰ ਅੰਦਰ ਕੋਈ ਚੀਜ਼ਾਂ ਇਕੱਠੀਆਂ ਕੀਤੀਆਂ ਹੌਲੀ ਹੌਲੀ ਚੁੱਕ ਕੇ ਇੱਦਾਂ ਕਰੋ ਲੇਕਿਨ ਠੀਕ ਹੈ ਜੀ ਸਵੇਰੇ ਤੜਕੇ ਸਾਨੂੰ ਉੱਥੋਂ ਪੁਲਿਸ ਨੇ ਕੱਢਿਆ ਕਿਉਂਕਿ ਸਰਦਾਰ ਜੀ ਦੇ ਦਾ ਨਾ ਬਹੁਤ ਰਸੂਖ ਸੀਗਾ ਬਹੁਤ ਰਸੂਖ ਸੀ। ਮੈਂ ਅੱਜ ਪਹੁੰਚਿਆ ਪਿੰਡ ਵਡਾਲਾ ਜਿਹੜਾ ਕਿ ਬਿਲਕੁਲ ਹੁਣ ਜਲੰਧਰ ਦਾ ਹਿੱਸਾ ਹੀ ਬਣ ਚੁੱਕਾ। ਕਦੀ ਇਹ ਪਿੰਡ ਸੀਗਾ। ਇੱਥੇ ਮੈਂ ਆਇਆ ਜੀ ਇੱਕ ਬਹੁਤ ਹੀ ਮਹੱਤਵਪੂਰਨ ਫੈਮਿਲੀ ਚੌਧਰੀ ਮਾਲੀ ਰਾਮ ਜੀ ਦੋਸਾਂਝ ਸੀ ਜਿਹੜੇ ਉਹਨਾਂ ਦੀ ਫੈਮਿਲੀ 'ਚ ਕਿਉਂਕਿ ਮੈਂ ਪਿਛਲੇ ਦਿਨੀ ਕੁਝ ਇੰਟਰਵਿਊਜ਼ ਦੇ ਵਿੱਚ ਉਹਨਾਂ ਦਾ ਜ਼ਿਕਰ ਸੁਣਿਆ ਕਿ ਉਹਨਾਂ ਨੇ 47 ਦੇ ਵਿੱਚ ਆਪਣੇ ਇਲਾਕੇ ਜਾਂ ਆਪਣੇ ਪਿੰਡ ਦੇ ਲੋਕਾਂ ਨੂੰ ਬਾਹਿਫਾਜ਼ਤ ਇੱਧਰ ਲੈ ਕੇ ਉਹ ਆਏ। ਆਪਣੇ ਵੇਲੇ ਉਹਨਾਂ ਦਾ ਬੜਾ ਨਾਮ ਸੀਗਾ। ਹੁਣ ਇਹ ਪਰਿਵਾਰ ਜਿਹੜਾ ਆ ਰਹਿ ਰਿਹਾ ਜੀ ਵਡਾਲਾ ਪਿੰਡ ਵਿੱਚ। ਇਹ ਜਿਹੜੇ ਬੀਬੀ ਜੀ ਮੇਰੇ ਕੋਲ ਬੈਠੇ ਨੇ ਇਹ ਇਹਨਾਂ ਦਾ ਜਿਹੜਾ ਪੇਕਾ ਪਰਿਵਾਰ ਆ ਉਹ ਵੀ ਬਹੁਤ ਰਸੂਖ ਵਾਲਾ ਪਰਿਵਾਰ ਸੀਗਾ। ਉਹ ਆਪਣੇ ਵੇਲੇ MLA ਰਹੇ ਸੀ ਸਰਦਾਰ ਅਜੀਤ ਸਿੰਘ ਜੀ ਇਹਨਾਂ ਦੇ ਤੁਹਾਡੇ ਤਾਇਆ ਜੀ ਸੀਗੇ ਨਾ ਜੀ ਸਰਦਾਰ ਅਜੀਤ ਸਿੰਘ ਜੀ। ਜੀ ਸਰਦਾਰ ਅਜੀਤ ਸਿੰਘ ਮੇਰੇ ਚਾਚਾ ਜੀ ਠੀਕ ਹੈ। ਸੋਡੀ ਬਿਸ਼ਨੀ ਕੋਣੀ ਉਹ ਤੁਹਾਡੇ ਬਿਲਕੁਲ ਨਾਲ ਹੀ ਹਾਂ ਜੋ ਤੁਹਾਡੇ ਪਿਤਾ ਜੀ ਸੀਗੇ। ਹਾਂਜੀ ਤਕੀ ਨਾਲ ਹੀ ਘਰ ਹੈ। ਮੈਂ ਜਾਣਦਾ ਜੀ ਜਾਣਦਾ। ਇਹ ਦੋਨੇ ਪਰਿਵਾਰ ਬੜੇ ਰਸੂਖ ਵਾਲੇ ਪਰਿਵਾਰ ਸੀਗੇ ਦੋਨੋਂ ਭਰਾ। ਹਾਂਜੀ ਅਤੇ ਅੱਜ ਮੈਂ ਇਹਨਾਂ ਨਾਲ ਗੱਲਾਂ ਕਰੂੰਗਾ ਜੀ ਉਸ ਜ਼ਮਾਨੇ ਦੀਆਂ ਉਸ ਵੇਲੇ ਦੀਆਂ ਵੀ ਕਿੱਦਾਂ ਇਹਨਾਂ ਨੇ ਕੀ ਵੇਖਿਆ ਕਿਉਂਕਿ ਇਹਨਾਂ ਦਾ ਜਿਹੜਾ ਵਿਆਹ ਸੀ ਮੈਰਿਜ ਸੀਗੀ ਉਹ 47 ਤੋਂ ਪਹਿਲਾਂ ਹੋ ਗਈ ਸੀ। ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ। ਇਹ ਤੁਹਾਡਾ ਕੀ ਨਾਮ ਹੈ ਜੀ ਪੂਰਾ? ਮੇਰਾ ਨਾਮ ਜੀ ਪ੍ਰੀਤਮ ਕੌਰ ਜੀ। ਅਤੇ ਆਪਾਂ ਪਹਿਲਾਂ ਨਾ ਗੱਲਬਾਤ ਸ਼ੁਰੂ ਕਰਨੀ ਹੈ ਤੁਹਾਡੇ ਪੇਕੇ ਪਰਿਵਾਰ ਤੋਂ। ਹਾਂਜੀ ਜੀ। ਇਹ ਤੁਹਾਡਾ ਪੇਕਾ ਪਰਿਵਾਰ ਕਿੱਥੇ ਰਹਿੰਦਾ ਸੀਗਾ ਬਾਹਰ 'ਚ? ਬੂਰਾ ਮੰਡੀ ਜਿਹਨੂੰ ਕਹਿੰਦੇ। ਬੂਰਾ ਮੰਡੀ ਮੰਡ ਕੰਪਨੀ ਦੇ ਕੋਲ ਮਿੰਟ ਗੁਮਰੀ ਦੇ ਕੋਲ ਠੀਕ ਹੈ ਜੀ। ਇੱਧਰੋਂ ਕਿਹੜੇ ਪਿੰਡੋਂ ਗਏ ਸੀ ਪਿੱਛੋਂ? ਇੱਥੋਂ ਰੂਪੋਵਾਲ ਰਮਦਾਸਪੁਰ ਤੋਂ। ਹਾਂਜੀ ਰਮਦਾਸਪੁਰ ਜਿਹੜਾ ਨਾ ਰੂਪੋਵਾਲ ਦੇ ਨਾਲ ਹੀ ਸਕੂਲ ਹੈਗਾ ਬੁੰਨਿਆਂ ਦਾ ਜੀ। ਉੱਥੇ ਮੇਰਾ ਡੈਡੀ ਤੇ ਸਾਰੇ ਪੜ੍ਹੇ ਸੀ ਉੱਥੇ। ਅੱਛਾ ਇੱਥੇ ਦੇ ਪੜ੍ਹੇ ਹੋ ਸੀ ਉਹ? ਠੀਕ ਹੈ ਜੀ ਠੀਕ ਹੈ। ਜਾ ਕੇ ਨਾ ਉੱਥੇ ਜ਼ਮੀਨਾਂ ਮਿਲੀਆਂ ਗੌਰਮੈਂਟ ਨੇ ਜ਼ਮੀਨਾਂ ਦਿੱਤੀਆਂ ਸੀ ਫੌਜੀਆਂ ਨੂੰ। ਜੀ ਜਿਹੜੇ ਲੋਕ ਜਿੰਨੀ ਜ਼ਮੀਨ ਵਾਹ ਸਕਦੇ ਆ ਉਹ ਵਾਹ ਲਓ ਅਤੇ ਤਿਆਰ ਕਰ ਲਓ। ਅੱਛਾ ਫੌਜੀ ਕੌਣ ਸੀਗਾ ਜੀ ਤੁਹਾਡੇ? ਬਾਬਾ ਤੁਹਾਡੇ ਬਾਬਾ ਜੀ? ਨਹੀਂ ਮਾਮਾ ਅਤੇ ਗਾਂ ਤਾਇਆ ਮੇਰੀ ਮਾਂ ਦਾ। ਮਾਂ ਤਾਇਆ ਅੱਛਾ ਜੀ ਅੱਛਾ। ਮਤਲਬ ਰਮਦਾਸਪੁਰ ਰੂਪੋਵਾਲ ਰਮਦਾਸਪੁਰ ਤੋਂ ਚੱਲ ਗਏ ਬੂਰਾ ਮੰਡੀ। ਹਾਂ ਨੇੜੇ ਕੋਈ ਚੱਕ ਸੀ ਸ਼ਾਇਦ ਇਹਨਾਂ ਦਾ? ਹਾਂਜੀ। ਇਹਨਾਂ ਦੀ ਜ਼ਮੀਨ ਤਾਂ ਨੇੜਲੇ ਚੱਕ 'ਚ ਸੀ ਜਾਂ ਬੂਰੇ 'ਚ ਹੀ ਸੀਗੀ? ਨਹੀਂ ਜੀ ਚੱਕ ਸੀਗਾ ਸੀ 65 ਚੱਕ ਮਿਲਿਆ ਪਹਿਲਾਂ ਮੇਰੇ ਦਾਦਕਿਆਂ ਨੂੰ। ਜੀ। ਫਿਰ ਮਿਲਿਆ 67 ਮਿਲਿਆ। ਨਹੀਂ 65 ਮਿਲਿਆ ਨਾਨਕਿਆਂ ਨੂੰ। ਜੀ 67 ਮਿਲਿਆ ਮੇਰੇ ਦਾਦਕਿਆਂ ਨੂੰ। ਤੇ 68 ਮਿਲਿਆ ਗਾ ਹੋਰ ਸਾਡੇ ਰਿਸ਼ਤੇਦਾਰ ਸੀ। ਅੱਛਾ ਤੁਹਾਡੇ ਨਾਨਕੇ ਇੱਧਰ ਕਿਹੜੇ ਪਿੰਡ ਸੀਗੇ? ਤੁੱਗੇ। ਹਾਂ ਨੈਣੋਵਾਲ ਤੁੱਗਾ। ਅੱਛਾ ਨੈਣੋਵਾਲ ਤੁੱਗੇ ਸੀ। ਹਾਂਜੀ
ਠੀਕ ਹੈ ਜੀ, ਠੀਕ ਹੈ, ਠੀਕ ਹੈ। ਤੁਹਾਨੂੰ ਪੇਕਾ ਪਿੰਡ ਦੀਆਂ ਕਿੰਨੀਆਂ ਕੁ ਯਾਦਾਂ ਆ ਪੇਕਾ ਪਿੰਡ ਦੀਆਂ? ਬੂਰੇਵਾਲ ਦੀ ਹੈ ਹਾਂਜੀ। ਸਭ ਕੁਝ ਯਾਦ ਆ ਮਾਰਾ ਅੱਛਾ, ਸੁਣਾਓ ਫਿਰ ਉੱਥੇ ਕਿੱਦਾਂ ਦਾ ਮਾਹੌਲ ਸੀਗਾ? ਜੀ। ਬਹੁਤ ਚੰਗਾ ਸੀ। ਵਿਰਲੀ ਆਬਾਦੀ ਸੀ, ਲੇਕਿਨ ਸ਼ਹਿਰ ਛੋਟਾ ਸੀ ਪਰ ਚੰਗਾ ਸੀ। ਚੰਗਾ ਸੀਗਾ ਸੀ ਜੀ। ਉੱਥੇ ਸਕੂਲ ਸਕਾਲ ਪੜ੍ਹੇ ਆ, ਗੁਰਦੁਆਰਾ ਬਣਾਇਆ ਸੀ, ਸਭ ਕੁਛ ਸੀ ਜੀ। ਗੁਰਦੁਆਰਾ ਬਹੁਤ ਵੱਡਾ ਬਣਾਇਆ ਸੀ, ਬਹੁਤ ਅੱਛਾ, ਅਤੇ ਬਹੁਤ ਕੀਰਤਨ ਅਤੇ ਗੁਰਬਾਣੀ ਬਹੁਤ ਚੱਲਦੀ ਸੀ। ਅੱਛਾ ਜੀ। ਤੇ ਤੁਸੀਂ ਵੀ ਇੱਕ ਸਕੂਲ ਗਏ ਸੀ ਪੜ੍ਹਨ? ਉਸੇ ਸਕੂਲ ਹੀ। ਕਿਹੜਾ ਸਕੂਲ ਸੀਗਾ ਜੀ? ਸਾਡੇ ਬਿਲਕੁਲ ਸਾਹਮਣੇ ਸੀਗਾ ਸੀ ਜੀ ਸਕੂਲ। ਨਹੀਂ ਜੀ, ਗਵਰਨਮੈਂਟ ਸਕੂਲ ਨਹੀਂ ਜੀ, ਪਬਲਿਕ ਸਕੂਲ ਨੇ ਨਾ। ਹਾਂਜੀ ਹਾਂਜੀ, ਠੀਕ ਹੈ ਜੀ। ਹਾਂਜੀ। ਤੁਹਾਨੂੰ ਆਪਣੇ ਟੀਚਰ ਯਾਦ ਨੇ ਜੀ? ਟੀਚਰ? ਹਾਂਜੀ। ਨਹੀਂ ਜੀ, ਕ੍ਰਿਸਚੀਅਨ ਟੀਚਰ ਸੀਗੇ ਸੀ। ਅੱਛਾ ਅੱਛਾ। ਅਤੇ ਬੜੀ ਦੇਰ ਦੀ ਗੱਲ ਆ। ਉਹ ਤਾਂ ਉੱਥੇ ਸਗਾ ਮੈਂ ਪੜ੍ਹ ਕੇ ਅਤੇ ਫਿਰ ਸਾਲ ਡੇਢ ਸਾਲ ਹੋਰ ਪੜ੍ਹਾਇਆ ਵੀ ਸੀ। ਅੱਛਾ ਜੀ, ਅੱਛਾ 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 ਅੱਛਾ। ਹਨ ਸਕੂਲ ਛੋਟੇ ਬੱਚਿਆਂ ਨੂੰ। ਵਾਹ ਜੀ ਵਾਹ। ਅੱਛਾ, ਉੱਥੇ ਰਹਿੰਦੀਆਂ ਤੁਹਾਡੀਆਂ ਸਹੇਲੀਆਂ ਬਣੀਆਂ ਹੋਣਗੀਆਂ ਕੁਝ, ਕੋਈ ਨਾਂ ਯਾਦ ਨੇ ਜੀ? ਹਾਂਜੀ, ਜਸਵੰਤ ਕੌਰ ਜੀ। ਜੰਡੂ ਸਿੰਘੇ ਦੀ। ਅੱਛਾ ਜੀ। ਜੰਡੂ ਸਿੰਘੇ ਆ ਵਿਆਹੀ ਹੁਣ, ਉਹ ਵੀ ਵਿਧਵਾ ਹੋ ਗਈ ਆ ਜੀ। ਉਹ ਉੱਥੇ ਆ। ਜਿਹੜੀਆਂ ਹੋਰ ਛੋਟੀਆਂ ਕੁੜੀਆਂ ਸ਼ਹਿਰ ਦੀਆਂ, ਹੋਰ ਕਤਰੀਆਂ ਦੀਆਂ। ਅੱਛਾ, ਨਾਂ ਦੱਸ ਦਿਓ ਜੇ ਯਾਦ ਆਉਂਦੇ ਤਾਂ। ਜੀ ਉਹਦਾ ਨਾਮ ਸੀਗਾ ਸੀ ਜੀ ਕ੍ਰਿਸ਼ਨਾ। ਜੀ। ਹਾਂਜੀ ਕ੍ਰਿਸ਼ਨਾ। ਇੱਕ ਵਿਮਲਾ। ਸਿੱਖ ਸੀਗੇ ਡਾਕਟਰ ਸੀਗਾ ਸੀ, ਸੇਵਾ ਸਿੰਘ। ਹੋਰ ਨਹੀਂ ਜੀ। ਤੁਸੀਂ ਆਪਣੀ ਰਿਹਾਇਸ਼ ਸ਼ਹਿਰ 'ਚ ਰੱਖ ਲਈ ਸੀ, ਬੂਰਾ ਮੰਡੀ, ਹੈ ਨਾ ਜੀ? ਹਾਂਜੀ ਜੀ। ਮੇਰਾ ਬਾਪ ਸੀਗਾ ਸੀ ਜੀ ਇੰਜੀਨੀਅਰ। ਅਸੀਂ ਪਹਿਲਾਂ ਸੀਗੇ ਸੀ ਜੀ ਟਿੱਬਾ ਸੰਤਾਪੁਰ, ਮੁਲਤਾਨ ਦੇ ਕੋਲ। ਅੱਛਾ ਜੀ, ਅੱਛਾ। ਪਹਿਲਾਂ ਉੱਥੇ ਰਹਿੰਦੇ ਸੀ ਜੀ। ਅਤੇ ਫਿਰ ਮੇਰੇ ਬਾਪ ਦੀ ਡੈਥ ਹੋ ਗਈ ਸੀ, ਅਤੇ ਫਿਰ ਉਹਨਾਂ ਨੂੰ ਫਿਰ ਸਾਨੂੰ ਲੈ ਕੇ ਮੰਡੀ ਬੂਰੇਵਾਲ ਆ ਗਏ ਸੀ। ਜੀ 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 ਜੀ। ਉੱਥੇ ਰਹੇ ਤੇ ਜਦ ਤੱਕ ਮੈਂ ਉਦੋਂ ਕੋਈ 6-7 ਸਾਲ ਦੀ ਸੀ। ਠੀਕ। ਫਿਰ ਉੱਥੇ ਆ ਗਏ, ਉੱਥੇ ਪੜ੍ਹੇ ਆ ਕੇ। ਜੀ। ਠੀਕ ਆ। ਤੇ ਤੁਹਾਡੀ ਮੈਰਿਜ ਫਿਰ ਕਿਹੜੇ ਸੰਨ 'ਚ ਹੋਈ? 1944 'ਚ। 44 'ਚ। 45 'ਚ ਇਹਨਾਂ 45 ਐਂਡ 'ਚ ਮੇਰੀ ਬੇਟੀ ਹੋ ਗਈ, ਬੇਟੀ। ਜੀ। ਅਤੇ 47 ਦੇ 47 ਬੇਟਾ ਹੋ ਗਿਆ। ਅੱਛਾ, ਇਹ ਜਿਹੜੀ ਫੈਮਿਲੀ ਸੀ ਤੁਹਾਡੇ ਸਹੁਰਿਆਂ ਦੀ ਫੈਮਿਲੀ, ਇਹ ਖਟਕੜ ਕਲਾਂ ਤੋਂ ਗਏ ਸੀ? ਹਾਂਜੀ, ਖਾਨਪੁਰ। ਇਹ ਉੱਥੇ ਇੱਥੋਂ ਖਟਕੜ ਕਲਾਂ ਤੋਂ ਗਏ ਸੀ? ਹਾਂਜੀ, ਖਟਕੜ ਕਲਾਂ ਚੰਡਾ ਜੀ। ਜੀ। ਚੰਡਾ ਜੀ ਗੁਰਦੁਆਰਾ ਨਾਲ ਆ ਜੀ। ਇਹ ਦਸਾਂਝ ਗੋਤ ਦੇ ਜੱਟ ਸੀਗੇ, ਹੈ ਨਾ ਜੀ? ਹਾਂਜੀ, ਦਸਾਂਝ ਦੇ ਗੋਤ ਦੇ ਜੱਟ ਆ। ਲੇਕਿਨ ਕਹਿੰਦੇ ਆ ਸ਼ਾਇਦ ਕਿਤੇ ਪਹਿਲਿਆਂ ਵੇਲਿਆਂ 'ਚ ਇਹ ਖਬਰੇ ਦਸਾਂਝਾਂ ਕੋਈ ਆਏ ਸੀ। ਹਾਂ, ਹੋ ਸਕਦਾ, ਇਹ ਵੀ ਨਹੀਂ ਪਤਾ ਜੀ। ਇਹ ਤੁਹਾਡੇ ਜਿਹੜੇ ਸਹੁਰਾ ਸਾਹਿਬ ਸੀਗੇ ਉਹਨਾਂ ਦਾ ਨਾਂ ਸੀ? ਮਾਨੀ ਰਾਮ। ਚੌਧਰੀ ਮਾਲੀ ਰਾਮ, ਮਸ਼ਹੂਰ ਨਾਂ ਸੀ। ਚੌਧਰੀ ਮਾਨੀ ਰਾਮ। ਉਹ ਜ਼ੈਲਦਾਰ ਸੀਗੇ? ਜ਼ੈਲਦਾਰ ਸੀ? ਜ਼ੈਲਦਾਰ। ਹਾਂਜੀ। ਅੱਛਾ ਅੱਛਾ। ਜ਼ੈਲਦਾਰ ਬਹੁਤ ਵਧੀਆ, ਬੜਾ ਕਮਾਊ, ਬਹੁਤ ਹੁਸ਼ਿਆਰ, ਚੰਗੇ ਬੰਦੇ ਸੀ। ਚੰਗੇ ਬੰਦੇ। ਬਹੁਤ। ਤੇ ਉਹਨਾਂ ਚੌਧਰੀ ਮਾਲੀ ਰਾਮ ਜੀ ਦੇ ਕਿੰਨੇ ਬੇਟੇ ਸੀਗੇ ਜੀ? ਚੌਧਰੀ ਮਾਲੀ ਰਾਮ ਦੇ 2 ਵਿਆਹ ਸੀ, 2 ਮੈਰਿਜਸ। 2, ਠੀਕ ਹੈ ਜੀ। ਇੱਕ ਪਹਿਲਾਂ ਹੋਇਆ ਸੀ ਜੀ ਰਾਮ ਕੌਰ ਸੀ ਉਹਦਾ ਨਾਂ, ਬੀਬੀ ਦਾ ਨਾਂ ਸੀ ਰਾਮ ਕੌਰ। ਜੀ ਜੀ। ਅਤੇ ਉਹਦੇ 2 ਬੇਟੇ ਸੀਗੇ ਜੀ। ਅਤੇ ਜ਼ਮੀਨ ਜਮੂਨ ਚੰਗੀ ਸੀ ਇਹਨਾਂ ਦੀ ਜ਼ਿਆਦਾ ਸੀ, ਜ਼ਿਆਦਾ ਹੋਣੀ। ਅਤੇ ਚੌਧਰੀ ਸਾਹਿਬ ਕਹਿਣ ਲੱਗੇ ਆਪਣੀ ਵਾਈਫ ਨੂੰ ਕਿ ਅਸੀਂ ਪਾਕਿਸਤਾਨ ਨੂੰ ਜਾਣਾ ਆ, ਗੌਰਮੈਂਟ ਜ਼ਮੀਨਾਂ ਹੋਰ ਦੇ ਰਹੀ ਆ, ਮੈਂ ਉੱਥੇ ਜਾ ਕੇ ਕੰਮ ਕਰਨਾ ਜ਼ਿਆਦਾ। ਜੀ।
ਤੇ ਉਹ ਕਹਿੰਦੇ ਮੈਂ ਨਹੀਂ ਜਾਣਾ ਨਾਲ। ਮੈਂ ਰੇਤਾ ਨਹੀਂ ਫੱਕੜੀ। ਨਾ ਨਹੀਂ ਜੀ, ਮੈਂ ਇੱਥੇ ਰਹਿਣਾ, ਕਿਉਂਕਿ ਮੈਂ ਘਰ ਬਣਾਇਆ ਬਹੁਤ ਸੋਹਣਾ। ਵਾਹ ਜੀ ਵਾਹ। ਜੀ ਘਰ ਬਣਾਇਆ ਬਹੁਤ ਸੋਹਣਾ। ਜੀ ਜੀ। ਹੁਣ ਤੇ ਉਹ ਢਾਹ ਦਿੱਤਾ, ਕਿਉਂਕਿ ਉੱਥੇ ਸਕੂਲ ਬਣ ਗਿਆ। ਅੱਛਾ, ਖਟਕਲ ਕਲਾਂ ਦੇ ਵਿੱਚ। ਹਾਂਜੀ ਜੀ, ਸਰਦਾਰ ਭਗਤ ਸਿੰਘ ਹੋਣਾ ਦੇ ਨਾਲ ਦਾ ਘਰ। ਅੱਛਾ 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 ਅੱਛਾ। ਤੇ ਫਿਰ ਉਹ ਕਹਿਣ ਲੱਗੇ ਵੀ ਜੇ ਤੁਸੀਂ ਨਹੀਂ ਜਾਣਾ ਸੋਚ ਲਓ। ਉਹਨਾਂ ਨੇ ਦੂਜੀ ਵਾਰੀ ਸ਼ਾਦੀ ਕਰਾ ਲਈ। ਅੱਛਾ, ਉਹ ਕਹਿੰਦੇ ਮੈਂ ਨਾਲ ਨਾ ਔਰਤ ਤਾਂ ਜ਼ਰੂਰ ਲਿਜਾਣੀ ਆ, ਜੀ ਜੀ। ਕਿਉਂਕਿ ਇਕੱਲਾ ਆਦਮੀ ਕੁਝ ਨਹੀਂ ਕਰ ਸਕਦਾ। ਫਿਰ ਉਹਨਾਂ ਨੇ ਮੈਚ ਕਰਾ ਲਈ। ਫਿਰ ਉਹਨਾਂ ਦੇ 2-3 ਸਾਲ ਬਾਅਦ ਬੇਟੀ ਹੋਈ ਪਹਿਲਾਂ, ਫਿਰ ਬੇਟੇ ਹੋਏ, 4 ਬੇਟੇ। ਅੱਛਾ ਅੱਛਾ। 4 ਬੇਟੇ ਛੋਟੇ। ਜੀ ਜੀ ਜੀ। ਉਹ ਮਤਲਬ ਉਹ ਜਿਹੜੇ ਦੂਜੀ ਵਿਆਹ 'ਚੋਂ ਬੇਟੇ ਹੋਏ ਉਹਨਾਂ 'ਚੋਂ ਇੱਕ ਤੁਹਾਡੇ ਹਸਬੈਂਡ ਸੀ, ਉਹਨਾਂ ਦਾ ਕੀ ਨਾਂ ਸੀ? ਇਹ ਸਰਦਾਰ ਪ੍ਰਕਾਸ਼ ਸਿੰਘ। ਜੀ 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 ਜੀ, ਸਰਦਾਰ ਪ੍ਰਕਾਸ਼ ਸਿੰਘ ਹਾਂਜੀ। ਸੀਗੇ। ਅੱਛਾ, ਉਹ ਤੁਸੀਂ ਥੋੜ੍ਹਾ ਜਿਹਾ ਉਸ ਵੇਲੇ ਦੇ ਵਿਆਹ ਬਾਰੇ ਦੱਸੋ ਕਿ ਕਿਸ ਤਰ੍ਹਾਂ ਦੇ ਵਿਆਹ ਹੁੰਦੇ ਸੀ ਉਦੋਂ? ਸਿੰਪਲ ਸੀਗੇ ਜਾਂ ਕਾਫੀ ਮਤਲਬ? ਨਹੀਂ ਜੀ, ਨਾ ਠੀਕ ਹੀ ਸੀਗੇ ਜੀ। ਸਿੰਪਲ ਵੀ ਕਰਦੇ ਸੀ ਤੇ ਕੋਈ ਲੋਕੀ ਲੈ ਕੇ ਵੀ ਮਤਲਬ ਕਰਦੇ ਸੀ। ਹਾਂਜੀ, ਨਾਲ ਕੁਛ ਦਾਜ ਦੂਜ ਵੀ ਦਿੰਦੇ ਸੀ ਤੇ ਕੁਛ ਨਹੀਂ, ਬਿਲਕੁਲ ਨਹੀਂ। ਥੋੜਾ ਹੈ, ਆਪਣੇ ਕੱਪੜੇ ਪਾਉਣ ਜੋਗੇ ਤੇ ਬਿਸਤਰਾ ਮੰਜਾ, ਬਸ ਇੰਨਾ ਕੀ। ਜਿਹੜੇ ਤੁਹਾਡਾ ਪੇਕਾ ਪਰਿਵਾਰ ਸੀ ਇਹ ਵੀ ਕਾਫੀ ਵਧੀਆ ਸੀਗਾ, ਕਿਉਂਕਿ ਇਹਨਾਂ ਦੇ ਵਿੱਚ MLA ਸੀਗੇ ਤੁਹਾਡੇ ਚਾਚਾ ਜੀ। ਹਾਂਜੀ ਹਾਂ। ਇਹ 47 ਤੋਂ ਪਹਿਲਾਂ MLA ਬਣ ਗਏ ਸੀ? ਹਾਂਜੀ ਹਾਂ। 47 ਤੋਂ ਪਹਿਲਾਂ MLA ਰਹੇ ਮੇਰੇ ਖਿਆਲ। ਨਹੀਂ, ਪਾਰਟੀਸ਼ਨ ਤੋਂ ਪਹਿਲਾਂ MLA ਰਹੇ? ਹਾਂ, ਪਾਰਟੀਸ਼ਨ ਤੋਂ 4 ਸਾਲ ਪਹਿਲਾਂ। ਅੱਛਾ, ਚੱਕ 93 ਸੀਗਾ ਤੁਹਾਡੇ ਸਹੁਰਿਆਂ ਦਾ? ਹਾਂਜੀ। ਉੱਥੇ ਦਾ ਦੱਸੋ ਜੀ, ਇਹਨਾਂ ਦਾ ਟੌਰ ਟੱਪਾ ਕਿੰਨਾ ਕੁ ਸੀਗਾ? ਨਹੀਂ ਜੀ, ਮੈਂ ਚੱਕ 93 ਹੀ ਵਿਆਹੀ ਗਈ। ਜੀ ਜੀ। ਤੇ ਜਦੋਂ ਵਿਆਹੀ ਗਈ ਤੇ ਜੀ ਬੜੇ ਚੰਗੇ ਬੰਦੇ, ਬਹੁਤ ਸੋਹਣਾ ਮੈਨੂੰ ਮਿਲੇ ਗਿਲੇ। ਜੀ। ਤੇ ਫਿਰ ਮੈਂ ਆ ਕੇ ਆਪਣੀ ਸੱਸ ਕੋਲ ਰਹਿਣ ਲੱਗੀ, ਕਿਉਂਕਿ ਅਸੀਂ ਰਹਿੰਦੇ ਸੀਗੇ ਜੀ ਜੜ੍ਹਾਂਵਾਲਾ ਸੀ, ਕਣਕ ਮੰਡੀ, ਮੀਟ ਮਾਰਕੀਟ ਜੜ੍ਹਾਂਵਾਲਾ। ਤੇ ਉੱਥੇ ਕੰਮ ਕਰਦੇ ਸੀਗੇ ਜੀ, ਸਰਦਾਰ ਜੀ ਉੱਥੇ ਰਹਿੰਦੇ ਸੀ ਜੀ। ਤੇ ਨਾ ਚੌਧਰੀ ਹੋਣੀ ਤਾਂ ਨਾ ਜੀ, ਮੇਰੇ ਸਹੁਰੇ ਨੇ ਤਾਂ ਮੂੰਹ ਦੇ ਉੱਥੇ ਜਾ ਕੇ ਸਾਰੀ ਜ਼ਮੀਨ ਆਬਾਦ ਕਰਾਈ ਸੀ, ਜਿੰਨੇ ਮਰਬੇ ਸੀਗੇ ਸੀ। ਤੇ ਨਾਲੇ ਪੱਠਾ ਲਾਇਆ, ਪੱਠਾ, ਠੀਕ ਹੈ। ਪੱਠਾ ਲਾ ਕੇ ਤੇ ਆਪਣਾ ਘਰ ਤੇ ਕੋਠੀ, ਬਹੁਤ ਵੱਡਾ ਘਰ ਬਣਾਇਆ। ਅੱਛਾ ਜੀ। ਬਹੁਤ ਵੱਡਾ। ਹਾਂਜੀ। 93 ਚੱਕ 'ਚ? ਹਾਂਜੀ ਜੀ। ਤੇ ਬੜੇ ਕਮਰੇ, ਸਭ ਕੁਛ, ਬਹੁਤ ਕੁਛ ਕੀਤਾ ਸੀ। ਬੜੀਆਂ ਚੀਜ਼ਾਂ, ਬੜਾ ਫਰਨੀਚਰ, ਬਹੁਤ ਕਰੋਕਰੀ ਵਗੈਰਾ, ਸਭ ਕੁਛ ਬਹੁਤ ਕੀਤੀ ਸੀ, ਕਿਉਂਕਿ ਲਾਇਲਪੁਰ ਸ਼ਹਿਰ ਨੇੜੇ ਸੀ ਜੀ। ਲਾਇਲਪੁਰ ਨੇੜੇ ਸੀ ਤੇ ਬਹੁਤ ਸਾਰਾ ਕੁਛ ਲਿਆਂਦਾ ਤੇ ਬਹੁਤ ਕੁਛ ਬਣਾਇਆ ਸੀ। ਹਾਂਜੀ। ਖੇਤੀਬਾੜੀ ਚੰਗੀ ਸੀ ਇਹਨਾਂ ਦੀ? ਖੇਤੀਬਾੜੀ ਬਹੁਤ ਚੰਗੀ। ਅੱਛਾ ਅੱਛਾ। ਖੇਤੀਬਾੜੀ ਇੰਨੀ ਸੀ ਜੀ, ਮੇਰਾ ਖਿਆਲ ਆ 6 ਜੋਗਾ ਹੋਣਗੀਆਂ, 5-6 ਜੋਗਾ ਹੋਣਗੀਆਂ ਸੀ ਨਾ, ਬੈਲ। ਹਾਂਜੀ। ਤੇ ਨਾ ਇੱਦਾਂ ਹੀ 5-7 ਮੱਝਾਂ, ਚੌਕੀਦਾਰ ਜੀ। ਨਾਲ ਚਾਰਨ ਵਾਲੇ। ਅੱਛਾ। ਟਾਂਗਾ, 2 ਘੋੜੇ। ਅੱਛਾ। ਨਾ ਇੱਕ ਘੋੜੀ ਤੇ ਹੈ ਨਾ ਮਿਨੀ ਜ਼ੈਲਦਾਰੀ ਵੀ। ਠੀਕ ਹੈ। ਹਾਂਜੀ, ਜਿਹੜਾ ਲੈ ਕੇ ਗਾਂ ਵਛੇਰੇ ਲੈਂਦੇ ਆ। ਹਾਂਜੀ। ਤੇ ਦੂਜਾ ਘੋੜਾ ਮੇਰੇ ਸਹੁਰੇ ਦਾ, ਵੱਖਰਾ ਘੋੜਾ ਜੀ। ਉਹ ਘੋੜੇ ਉੱਤੇ ਨਾ, ਉਹ ਘੋੜੇ ਉੱਪਰ ਹੀ ਜੜ੍ਹਾਂਵਾਲੇ ਨੂੰ ਜਾਂਦੇ ਹੁੰਦੇ ਸੀ। ਅੱਛਾ। ਦਿਲ ਕਰੇ ਕਹਿਣਾ ਮੈਂ ਘੋੜੇ 'ਤੇ ਜਾਣਾ, ਦਿਲ ਕਰੇ ਤਾਂ ਨਾਲ ਹੋਣਾ ਨੌਕਰ ਤੇ ਨਾਲ ਜਾਣਾ ਟਾਂਗੇ ਘੋੜੇ ਤੇ। ਹਾਂਜੀ। ਜੇ ਕੋਈ ਸਮਾਨ ਨਾਲ ਜਾਣਾ, ਕੋਈ ਚੀਜ਼ਾਂ ਲਿਆਉਣੀਆਂ ਤਾਂ ਲੈ ਆਉਣੀਆਂ, ਨਹੀਂ ਤੇ ਗੱਡੇ।
ਉਹ ਦੱਸਦੇ ਆ ਕਿ ਗਰੀਸ ਦੀ ਜਗ੍ਹਾ ਮੱਖਣ ਦਿੰਦੇ ਹੁੰਦੇ ਸੀ ਨਾ ਜੀ ਗੱਡੇ ਉਹਨੂੰ। ਹਾਂਜੀ ਉਹ ਇੱਦਾਂ ਸੀ ਜੀ ਪਹਿਲਾਂ ਜਦੋਂ ਨਾ ਸ਼ਹਿਰ ਨੂੰ ਸਮਾਨ ਲਿਜਾਣਾ ਨਾ ਜੀ ਜੀ। ਕਪਾਹ ਜਾਣੀ ਆ ਜਾਂ ਕਣਕ ਜਾਣੀ ਆ ਤੇ ਫਿਰ ਨੌਕਰਾਂ ਨਾ ਜੀ ਨਾ ਨਹੀਂ ਨੌਕਰਾਂ ਨੇ ਕਹਿਣਾ ਜੀ ਮੱਖਣ ਦਿਓ ਜੀ ਮੱਖਣ। ਅੱਛਾ ਨਾ ਬੇਬੇ ਹੋਣੀ ਆ ਮੇਰੀ ਸੱਸ ਨੇ ਕਹਿਣਾ ਕੀ ਕਰਨਾ ਹੋਏ ਕਿ ਨਾ ਅੱਗੇ ਤੁਸੀਂ ਕਿੰਨਾ ਲੈ ਗਏ ਆ। ਉਹ ਕਹਿੰਦੇ ਹੋਰ ਚਾਹੀਦਾ ਸਾਨੂੰ ਕਿਉਂਕਿ ਗੱਡੇ ਸਾਰੇ ਜਾਣੇ ਆ ਤੇ ਅਸੀਂ ਟੈਰਾਂ ਨੂੰ ਦੇਣਾ। ਗੱਡੇ ਦਾ ਜੀ ਉਹਦੀ ਵਾਹ ਜੀ ਵਾਹ। ਹਾਂਜੀ ਗਰੀਸ ਦੀ ਜਗ੍ਹਾ 'ਤੇ। ਗਰੀਸ ਦੀ ਜਗ੍ਹਾ 'ਤੇ ਹਾਂ ਜੀ 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 ਜੀ। ਬਾਕੀ ਜੀ ਬਹੁਤ ਕੁਛ ਕਮਾਇਆ ਮੇਰੇ ਸਹੁਰੇ ਨੇ ਤਾਂ ਬਹੁਤ ਕੁਛ ਬਣਾਇਆ ਸੀ ਜੀ ਬੜੀ ਇੱਜ਼ਤ ਬਣਾਈ ਸੀ। ਅਤੇ ਸਾਡੀ ਦੁਕਾਨ ਸੀ ਜੀ ਜੜ੍ਹਾਂ ਵਾਲੇ ਵੀਟ ਮਾਰਕੀਟ 'ਚ। ਅੱਛਾ ਜੀ ਜਿੱਦਾਂ ਆੜਤ ਹੁੰਦੀ ਆ। ਹੈਂ ਆੜਤ ਆੜਤ ਵਾਲੀ ਜੀ। ਜੀ ਆੜਤ ਮੇਰੇ ਖਿਆਲ ਤੁਹਾਡੇ ਪੇਕਿਆਂ ਦੀ ਵੀ ਸੀ ਨਾ ਜੀ। ਹਾਂਜੀ ਉਹਨਾਂ ਦੀ ਵੀ ਸੀ। ਜੀ ਨਾ ਜੀ ਆੜਤ ਵਾਲੀ ਤਾਂ ਮੇਰੇ ਦੋਨੋਂ ਚਾਚਿਆਂ ਦੀ ਜੀ। ਅਤੇ ਜਿਹੜੀ ਇਹ ਮੇਰਾ ਸਹੁਰਾ ਚੌਧਰੀ ਮਾਂਝਾ ਹੋਣੀ ਅਤੇ ਨਾਲੇ ਭਗਤ ਦਿਲਬਾਗ ਸਿੰਘ। ਅੱਛਾ ਜੀ ਦੋ ਜਣਿਆਂ ਦੀ ਨਾ ਰਲ ਕੇ ਬਣਾਈ ਸੀ। ਹਾਂਜੀ ਜੜ੍ਹਾਂ ਵਾਲੇ ਵਿੱਚ ਜੜ੍ਹਾਂ ਵਾਲੀ ਬਹੁਤ ਕੰਮ ਸੀ ਜੀ। ਜਿਹੜੇ ਬਾਅਦ ਦੇ ਵਿੱਚ ਪੰਜਾਬ ਦੇ ਖੇਤੀਬਾੜੀ ਮਿਨਿਸਟਰ ਹੈ ਦਿਲਬਾਗ ਸਿੰਘ ਤੁਸੀਂ ਉਹਨਾਂ ਦੀ ਗੱਲ ਕਰਦੇ ਆ। ਹਾਂਜੀ ਤੁਹਾਡੇ ਨਾਲ ਉਹ ਸਾਂਝੀਦਾਰ ਸੀਗੇ ਜੀ। ਤੇ ਉਹ ਕਿਸ ਤਰ੍ਹਾਂ ਦਾ ਰਹਿਣ ਸਹਿਣ ਸੀ ਉੱਥੇ ਕਿਸ ਤਰ੍ਹਾਂ ਦੀ ਜ਼ਿੰਦਗੀ ਸੀ। ਸੋਹਣਾ ਵਧੀਆ ਸੋਹਣਾ ਵਧੀਆ। ਅਸੀਂ ਸੋਹਣੇ ਕੱਪੜੇ ਪਾਉਂਦੇ ਸੀ। ਕਈ ਲੋਕੀ ਬੁਰਕਾ ਲੈਂਦੇ ਸੀ। ਅੱਛਾ ਜੀ ਬੁਰਕਾ ਜੀ। ਹਾਂਜੀ ਬਣਾਏ ਵੀ ਸੀਗੇ ਸੀ। ਅਸੀਂ ਬਾਹਰ ਵੱਡੀ ਚਾਦਰ ਲਈ ਤੋਂ ਬਗੈਰ ਜਾ ਨਹੀਂ ਸੀ ਸਕਦੇ। ਅੱਛਾ ਜੀ ਲੈ ਕੇ ਇੱਦਾਂ ਕਰਕੇ ਔਰ ਕੁੰਡ ਕੱਢ ਕੇ ਫਿਰ ਜਾਣਾ ਵਾਹ ਜੀ ਜਿੱਥੇ ਜਾਣਾ ਕਿਸੇ ਦੇ ਘਰ। ਅਵਲ ਅਸੀਂ ਲੋਕਾਂ ਦੇ ਘਰਾਂ 'ਚ ਬਹੁਤ ਘੱਟ ਜਾਂਦੇ। ਜੀ ਜੀ ਜੀ। ਜਿਹੜਾ 93 ਚੱਕ ਸੀਗਾ ਹਾਂਜੀ ਇਹਦੇ ਵਿੱਚ ਬਹੁਤੀ ਜ਼ਮੀਨ ਜਾਂ ਬਹੁਤੀ ਜਿਹੜਾ ਦਾਬਾ ਜਾਂ ਟੌਰ ਟੱਪਾ ਉਹ ਤੁਹਾਡੀ ਫੈਮਿਲੀ ਦਾ ਹੋਣਾ ਹੈ ਨਾ ਜੀ। ਹਾਂਜੀ ਕਿ ਕਾਫੀ ਟੌਰ ਵਾਲੀ ਤੁਹਾਡੀ ਫੈਮਿਲੀ ਸੀਗੀ ਸਹੁਰਾ ਫੈਮਿਲੀ ਮੈਂ ਨੇ। ਕਿਹਾ ਜੀ ਪੁੱਛੋ ਹੀ ਨਾ। ਅਫਸਰ ਵੀ ਆਉਂਦੇ ਰਹਿੰਦੇ ਹੋਣੇ ਅੰਗਰੇਜ਼ ਉੱਥੇ। ਦੇਖੋ ਜੀ 6 ਵਜੇ ਸ਼ਾਮ ਨੂੰ ਉੱਥੇ 2-2 4-4 ਕਿਲੋ ਆਟੇ ਦੀਆਂ ਰੋਟੀਆਂ ਪੱਕਦੀਆਂ ਸੀ ਜੀ। ਨੌਕਰ ਤਾਂ ਖਾਂਦੇ ਸੀਗੇ ਸੀ ਸਾਰੇ ਜਿਹੜੇ ਸੀ ਨਾ ਹਲਾਂ ਵਾਲੇ ਅਤੇ ਚਾਰਨ ਵਾਲਾ ਅਤੇ ਚੋਣ ਵਾਲੇ ਅਤੇ ਰੱਖਣ ਵਾਲੇ। ਅੱਛਾ ਸਾਧ ਨੂੰ ਜੀ ਪੁਲਿਸ ਠਹਿਰਦੀ ਸੀ ਉੱਥੇ ਆ ਕੇ। ਜਾਇਦਾਦ ਦਾ ਘਰ ਸੀ ਨਾ ਹਾਂਜੀ ਆਲੇ ਦੁਆਲੇ ਪਿੰਡਾਂ 'ਚ ਉਹਨੇ ਨਾ ਪਿੰਡਾਂ ਵਿੱਚੋਂ ਫਿਰ ਕੇ ਆ ਕੇ ਨਾ ਜੀ ਪੁਲਿਸ ਨੇ ਅਤੇ ਫਿਰ ਸ਼ਾਮ ਨੂੰ ਜਾਇਦਾਦ ਦੇ ਘਰ ਆ ਕੇ ਰਹਿਣਾ। ਉੱਥੇ ਰਾਤ ਰਹਿਣਾ ਖਾਣਾ ਪੀਣਾ ਸਵੇਰ ਨੂੰ ਉੱਠ ਕੇ ਤਿਆਰ ਹੋ ਕੇ ਰੋਟੀਆਂ ਖਾ ਕੇ ਫਿਰ ਜਾਣਾ। ਅੱਛਾ ਜੀ ਠੀਕ ਹੈ। ਅਤੇ ਨਾਲ ਸਾਡਾ ਬਾਗ ਸੀ ਜੀ। ਬਾਗ ਇੱਕ ਬਾਗ ਦਾ 1 ਏਕੜ ਦੇ ਵਿੱਚ ਬਾਗ ਸੀ ਬਹੁਤ ਵੱਡਾ। ਸਾਰੇ ਆਲੇ ਦੁਆਲੇ ਤਾਰ ਲਾਈ ਹੋਈ ਸੀ ਕੱਢਣੇ ਵਾਲੀ ਔਰ ਬੋਗਨਵਿਲੀਆ ਹਾਂ ਬੋਗਨਵਿਲੀਆ ਠੀਕ ਹੈ। ਬੋਗਨਵਿਲੀਆ ਸਾਰੇ ਆਲੇ ਦੁਆਲੇ ਲਾਇਆ ਸੀ। ਅਤੇ ਜੀ ਉਹਨਾਂ ਨੇ ਨਾ ਉੱਥੇ ਚੱਕ 93 'ਚ ਪਾਣੀ ਪੀਣ ਵਾਸਤੇ ਨਹੀਂ ਸੀ ਚੰਗਾ ਨਹੀਂ ਸੀ ਦਾਲ ਦੂਲ ਨਹੀਂ ਸੀ ਗਲਦੀ। ਇਸੇ ਤਰ੍ਹਾਂ ਦੱਸਦੇ ਹਾਂ ਜੀ। ਹਾਂਜੀ ਪਾਣੀ ਨਹਿਰ ਦਾ ਲਿਆਉਂਦੇ ਸੀ। ਨਹਿਰ ਦਾ ਪਾਣੀ ਲਿਆ ਕੇ ਅਤੇ ਖੂਹ ਬਣਾਇਆ ਸੀਗਾ ਸੀ ਆਪਣਾ ਬਾਗ ਦੇ ਵਿੱਚ ਅਤੇ ਉਹ ਲਿਆ ਕੇ ਭਰ ਲੈਣਾ। ਭਰ ਕੇ ਅਤੇ ਉਹਦੇ ਉੱਪਰ ਚਿਕਾ ਹੁੰਦਾ ਨਾ ਚਿੱਕ ਜੀ ਅਤੇ ਉਹ ਨਾ ਜੀ ਉਹ ਚਿਕਾ ਚੁਕਵਾਉਂਦੀ ਛੱਡਣੀਆਂ। ਜਦੋਂ ਖਾਣ ਪੀਣ ਵਾਸਤੇ ਪਾਣੀ ਨਹੀਂ ਆਉਣਾ ਨਾ ਸਾਰਾ ਦਿਨ ਉਹਦੇ ਵਿੱਚੋਂ ਡੋਲ ਨਾ ਕੱਢ ਕੇ ਲਿਆਉਣਾ। ਅੱਛਾ ਬਾਕੀ ਨਹਾਉਣਾ ਧੋਣਾ ਅਤੇ ਨਲਕੇ ਲੱਗੇ ਸੀਗੇ ਸੀ ਉਹ ਹੋਣਾ। ਜੀ ਜੀ। ਅੱਛਾ ਤੁਹਾਡਾ ਜਿਹੜਾ ਜਨਮ ਆ ਉਹ ਕਿਹੜੇ ਸੰਨ ਦਾ ਜੀ। ਸੰਦਾ ਹਾਂਜੀ ਮੇਰਾ ਹੈਗਾ ਜੀ 27 ਦਾ
ਹੁਣ ਆਪਾਂ ਗੱਲ ਕਰਦੇ ਹਾਂ ਜੀ 47 ਦੀ। 47 ਦੀ ਪੂਰੀ ਕਹਾਣੀ ਸੁਣਾਓ ਵੀ 47 'ਚ ਕੀ ਹੋਇਆ। ਤੁਸੀਂ 93 'ਚ ਸੀ ਉਦੋਂ, 93 ਚੱਕ 'ਚ? ਹਾਂਜੀ, ਅਸੀਂ ਗਏ ਸੀ ਮੈਂ ਦੋਨੋਂ ਬੱਚੇ ਲੈ ਕੇ ਪਿੰਡ ਗਈ ਸੀ। ਜਟਾਵਾਲੇ ਤੋਂ ਨਹੀਂ, ਜਟਾਵਾਲੇ ਦੇ ਨਾ ਸਰਦਾਰ ਜੀ ਉੱਥੇ ਕਰੇ ਸੀ ਕਿਸੇ ਵਾਲੇ, ਅਤੇ ਮੈਂ ਆਪਣੀ ਸੱਸ ਕੋਲ ਬੱਚੇ ਲੈ ਕੇ ਛੁੱਟੀਆਂ ਜਿਹੀਆਂ 'ਚ ਗਈ ਸੀ। ਛੁੱਟੀਆਂ ਆ ਨਾ 47 'ਚ, ਹਾਂਜੀ ਯਾਦ ਆ ਨਾ ਛੁੱਟੀਆਂ? ਹਾਂਜੀ ਹਾਂਜੀ। ਅਤੇ ਉਹ ਤੇ ਨਾ ਜੀ ਨਾ ਰੌਲਾ ਪੈ ਗਿਆ। ਲੋਕ ਹੌਲੀ ਹੌਲੀ ਗੱਲਾਂ ਕਰਨ, ਕਹਿੰਦੇ ਰੌਲਾ ਪੈਣਾ ਹੈ, ਰੌਲਾ ਪੈਣਾ ਹੈ ਲੋਕ ਕਹਿਣ। ਅਤੇ ਨਾ ਜੀ ਕੋਈ ਮੰਨਣ, ਬੜੀ ਜ਼ਮੀਨਾਂ ਵਾਲੇ ਕਹਿੰਦੇ ਉਹ ਕਾਹਦਾ ਰੌਲਾ ਪੈਣਾ, ਕੀ ਤੁਸੀਂ ਰੌਲਾ ਪਾਇਆ ਆ, ਅਸੀਂ ਕਿਤੇ ਜਾਣਾ ਹੈ। ਉਹ ਕਹਿੰਦੇ ਜਾਣਾ ਕਿਉਂ ਨਹੀਂ, ਜਾਣਾ ਪੈਣਾ, ਤੁਹਾਨੂੰ ਜਾਣਾ ਪੈਣਾ। ਵਿੱਚ ਵਿੱਚ ਕਹਿਣ, ਵਿੱਚ ਵਿੱਚ ਨਾ ਕਹਿਣ। ਜਿਹੜੇ ਨਹੀਂ ਸੀ ਕਹਿੰਦੇ, ਜਿਹੜੇ ਮੰਨ ਗਏ ਥੋੜ੍ਹਾ ਥੋੜ੍ਹਾ, ਉਹ ਤਾਂ ਕਈ ਲੋਕ ਨਿਕਲ ਵੀ ਆਉਂਦੇ ਸੀ। ਆਪਣਾ ਕੱਪੜਾ ਰੋਟੀ ਜੋ ਪੈਸਾ ਕੋਲ ਹੋਣਾ ਉਹ ਲੈ ਕੇ ਆ ਕੇ ਜਾਣਾ। ਅਤੇ ਜਿਹੜੇ ਨਹੀਂ ਸੀ ਮੰਨਦੇ, ਬਹੁਤੇ ਜ਼ਮੀਨਾਂ ਵਾਲੇ, ਚੀਜ਼ਾਂ ਵਾਲੇ, ਉਹ ਕਹਿੰਦੇ ਨਹੀਂ ਨਹੀਂ, ਕੋਈ ਕਿਸੇ ਨੇ ਨਹੀਂ ਇੰਨਾ ਕੁਛ ਛੱਡ ਕੇ ਜਾਣਾ। ਸੋ ਜੀ ਨਾ ਫਿਰ ਕੁਝ ਦਿਨਾਂ ਤੋਂ ਬਾਅਦ ਇਹਨਾਂ ਸਰਦਾਰ ਜੀ ਕਹਿੰਦੇ ਨਾ ਤੁਸੀਂ ਰਹਿ ਲਿਆ 5-6 ਦਿਨ, ਹੁਣ ਚਲੋ ਜਟਾਵਾਲੇ ਨੂੰ ਚਲੋ, ਅਤੇ ਕੁਛ ਰੌਲਾ ਰੂਲਾ ਜਿਹਾ ਨਾ ਕਹਿੰਦੇ ਪੈਣਾ। ਅਤੇ ਨਾ ਕਹਿਣ ਲੱਗੇ ਵੀ ਸਰਦਾਰ ਦਿਲਬਾਗ ਸਿੰਘ ਹੋਣਾ ਨੇ ਵੀ ਸਾਡੇ ਕੋਲ ਆ ਕੇ ਪਿੰਡ ਰਹਿਣਾ ਆ, ਸਾਰਿਆਂ ਦੇ ਰਿਸ਼ਤੇਦਾਰਾਂ ਰਹਿਣਾ ਆ, ਅਤੇ ਕੱਪੜੇ ਕੁਪੜੇ ਆਪਣੇ ਸਾਫ਼ ਕਰਵਾਓ। ਅਸੀਂ ਸਭ ਕੁਝ ਸਾਰੇ ਕੱਪੜੇ ਕਰਕੇ ਸਾਰੇ ਪਿੰਡੋਂ ਮੰਗਾ ਕੇ ਵੀ ਧੋਬੀਰ ਦੇ ਦਿੱਤੇ ਅਤੇ ਸਭ ਕੁਝ ਕੀਤਾ। ਅਤੇ ਸਰਦਾਰ ਜੀ ਚਲੇ ਗਏ ਆਪਣੀ ਭੈਣ ਦੇ ਘਰ। ਕਹਿੰਦੇ ਮੈਂ ਉੱਥੋਂ ਬੀਬੀ ਜੀ ਉਹਨਾਂ ਨੂੰ ਅਤੇ ਉਹਨਾਂ ਦਾ ਨਾ ਪਰਿਵਾਰ, ਉਹਨਾਂ ਨੂੰ ਨਾਲ ਲੈ ਕੇ ਜਾਣਾ, ਅਸੀਂ ਕੱਢਿਆ ਨੇ ਨਹੀਂ ਜਾਣਾ, ਭੈਣ ਦਾ ਸਭ ਕੁਝ ਲੈ ਕੇ ਜਾਣਾ। ਸੋ ਉਹ ਕੁਝ ਦਿਨਾਂ ਵਿੱਚ ਹੀ ਸ਼ਾਮ ਨੂੰ ਸਰਦਾਰ ਜੀ ਲੈਣ ਚਲੇ ਗਏ। ਅਤੇ ਕੁਝ ਦਿਨਾਂ ਤੋਂ ਬਾਅਦ 2-3 ਦਿਨ ਅਸੀਂ ਨਾ ਮੈਂ ਉਡੀਕਦੀ ਰਹੀ, ਸਰਦਾਰ ਜੀ ਆਏ ਨਾ। ਜਦੋਂ ਸ਼ਾਮ ਨੂੰ ਆਏ ਅਤੇ ਆ ਕੇ ਅਜੇ ਉਹ 2-4 ਘੰਟੇ ਬੈਠੇ ਸੀ, ਅਤੇ ਜੀ ਸਟੇਸ਼ਨ ਤੋਂ ਆਵਾਜ਼ਾਂ ਸ਼ੁਰੂ ਹੋ ਗਈਆਂ, ਠਾ 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 ਠਾ। ਉਦੋਂ ਜੀ ਟ੍ਰੇਨ ਆ ਗਈ, ਅਤੇ ਉਹ ਟ੍ਰੇਨ ਵਿੱਚ ਨਾ ਦੂਜੇ ਬਲੋਚ। ਹਾਂਜੀ ਹਾਂਜੀ ਹਾਂਜੀ। ਉਹ ਨਹੀਂ ਇੰਨੀ ਹੋਈ ਨਾ, ਇੰਨਾ ਰੌਲਾ ਪਿਆ ਨਾ ਜੋਧਾ ਸਾਹਿਬ ਨੇ। ਉਸ ਤੋਂ ਪਹਿਲਾਂ ਲੋਕ ਕਈ ਸਾਰੇ ਜੜ੍ਹਾਂ ਵਾਲੇ ਆ ਕੇ ਸਕੂਲ ਦਾ ਜਿਹੜਾ ਸੀ ਨਾ ਮੇਰਾ ਫਾਰਮ ਸਾਰਾ ਲੋਕਾਂ ਦੇ ਨਾਲ ਕਾਫੀ ਭਰਿਆ ਸੀ ਜੀ, ਹੋਰ ਪਿੰਡਾਂ ਸਾਰੇ 'ਚੋਂ ਆ ਕੇ। ਅਤੇ ਸਾਰੇ ਲੋਕ ਡਰ ਗਏ, ਅਤੇ ਸਰਦਾਰ ਜੀ ਅਸੀਂ ਵੀ ਸਾਰੇ ਡਰ ਗਏ। ਜਦ ਤੱਕ ਬੇਬੇ ਜੀ ਵੀ ਆ ਗਏ ਸੀਗੇ ਸੀ। ਅਤੇ ਉੱਥੇ ਆ ਕੇ ਜੀ ਰਾਤ ਨੂੰ 9 ਵਜੇ ਤੱਕ ਬਹੁਤ ਹੀ ਰੌਲਾ, ਬਹੁਤ ਗੋਲੀ ਚੱਲੀ। ਅੱਛਾ। ਔਰ ਇੰਨੀਆਂ ਆਵਾਜ਼ਾਂ ਚੀ ਚੀ ਚੀ, ਹਾਏ ਹਾਏ ਹਾਏ, ਇੰਨੀਆਂ ਹੋਈਆਂ। ਬਸ ਫਿਰ ਜੀ ਰਾਤ ਨੂੰ ਸਾਰੇ ਲੋਕ ਤੇਰੇ ਮੇਰੇ ਘਰ, ਜਿਹਦਾ ਘਰ ਵੱਡਾ ਸੀ ਚੰਗਾ ਸੀ, ਉੱਥੇ ਲੋਕ ਆ ਕੇ ਲੁਕ ਗਏ। ਅਤੇ ਰਾਤ ਨੂੰ ਉੱਥੇ ਰਹੇ। ਗਰਮੀ ਬਹੁਤ ਗਰਮੀ ਹੈ। ਉਹ ਦਿਨ ਹੀ ਇੱਦਾਂ ਦੇ ਜੀ ਸਾਹ ਨਹੀਂ ਆਉਂਦਾ, ਅਤੇ ਰਾਤ ਨੂੰ ਉੱਥੇ ਡੱਕੇ ਰਹੇ। ਸਵੇਰੇ ਤੜਕੇ ਨਾ ਜੀ ਰਾਤੋਂ ਰਾਤੀ ਸਾਰਿਆਂ ਘਰਦਿਆਂ ਨੇ ਅੰਦਰ ਕੋਈ ਚੀਜ਼ਾਂ ਇਕੱਠੀਆਂ ਕੀਤੀਆਂ, ਹੌਲੀ ਚੁੱਕ ਕੇ ਇੱਦਾਂ ਕਰੋ ਇੱਦਾਂ ਕਰੋ। ਲੇਕਿਨ ਠੀਕ ਹੈ ਜੀ, ਸਵੇਰੇ ਤੜਕੇ ਸਾਨੂੰ ਉੱਥੋਂ ਪੁਲਿਸ ਨੇ ਕੱਢਿਆ, ਕਿਉਂਕਿ ਸਰਦਾਰ ਜੀ ਦੇ ਨਾ ਬਹੁਤ ਰਸੂਖ ਸੀਗਾ ਬਹੁਤ ਰਸੂਖ ਸੀ। 2 ਦਿਨ ਪਹਿਲਾਂ ਸਾਡੇ ਘਰ ਖਾਣਾ ਖਾ ਕੇ ਗਏ ਆ ਉਹ ਪੁਲਿਸੀਏ, ਉਹ ਥਾਣੇਦਾਰ ਔਰ ਹੋਰ ਬੰਦੇ। ਅਤੇ ਉਹ ਸਵੇਰੇ ਆ ਗਿਆ। ਉਹਨੇ ਆ ਕੇ ਅਤੇ ਨਾਲ ਸਿਪਾਹੀ 2-3 ਲੈ ਆਓ, ਅਤੇ ਆਖਿਆ ਜੀ ਦਰਵਾਜ਼ੇ ਖੋਲ੍ਹੋ। ਅਤੇ ਸਾਡੇ ਡਰਦੇ ਖੋਲ੍ਹਣ ਨਾ, ਪਰ ਜਦੋਂ ਖੋਲ੍ਹਿਆ ਤਾਂ ਉਹ ਕਹਿੰਦਾ ਤੁਸੀਂ ਇੱਥੋਂ ਛੱਡ ਕੇ ਚਲੋ, ਇੱਥੋਂ ਤੁਸੀਂ ਚਲੋ ਥਾਣੇ, ਕਿਉਂਕਿ
ਇੱਥੇ ਤੁਹਾਨੂੰ ਮਾਰ ਦੇਣਾ ਇਹਨਾਂ ਨੇ, ਜਿਹੜੇ ਬਲੋਚ ਆਏ ਆ। ਸਾਨੂੰ ਸਾਰਿਆਂ ਨੂੰ ਉੱਥੇ ਲੈ ਗਏ, ਉਹਨਾਂ ਕੋਲ ਜਾ ਕੇ ਬੈਠੇ। ਥੋੜ੍ਹੇ ਚਿਰਾਂ ਬਾਅਦ, ਥੋੜ੍ਹੀ ਦੇਰ ਬਾਅਦ ਹੀ ਕੋਈ ਟਰੱਕ ਵਾਲੇ ਲੱਗੇ ਉੱਥੋਂ ਪਿੰਡੋਂ ਨਾ, ਆਪਣੇ ਪਿੰਡਾਂ 'ਚੋਂ ਲੋਕੀ ਕਈ ਫੌਜੀ ਆਪਣੇ ਪਰਿਵਾਰ ਨੂੰ ਕੱਢਣ ਆਏ ਸੀਗੇ ਸੀ। ਉਹ ਆਏ ਸੀ, ਉਹ ਲੰਘਣ ਲੱਗੇ ਅਤੇ ਵਿਚਲੇ ਬੰਦਿਆਂ ਨੂੰ ਜਾਣਦਾ ਸੀਗਾ ਸੀ। ਉਹਨਾਂ ਨੇ ਆਖਿਆ ਤੁਸੀਂ ਵੀ ਫਟਾਫਟ ਆ ਜਾਓ, ਟਰੱਕ 'ਤੇ ਆ ਜਾਓ, ਸਾਡੇ ਨਾਲ ਆ ਜਾਓ। ਉਹਨਾਂ ਦੇ ਨਾਲ ਹੀ ਲੈਣਪੁਰ ਆ ਗਏ। ਅੱਛਾ। ਲੈਣਪੁਰ ਆ ਕੇ ਬਾਹਰ ਬਾਗ ਬਹੁਤ ਵੱਡਾ, ਉੱਥੇ ਕੈਂਪ ਲੱਗਾ। ਉਹ ਭਰ ਗਿਆ ਸਾਰਾ ਆਲੇ ਦੁਆਲੇ ਪਿੰਡਾਂ ਦੇ ਨਾਲ, ਤਿਲ ਸਿੱਟ ਲੁਥਾ ਨਾ। ਫਿਰ ਸਾਰੀ ਰਾਤ ਉੱਥੇ ਇੱਦਾਂ ਹੀ ਬੈਠੇ ਰਹੇ, ਨਾ ਖਾਣ ਨੂੰ, ਨਾ ਪੀਣ ਨੂੰ, ਨਾ ਬਹਿਣ ਨੂੰ, ਨਾ ਕੁਛ ਨਹੀਂ ਜੀ। ਪਰ ਸਾਰੀ ਰਾਤ ਬਲੋਚ, ਇੱਧਰਲੇ ਪਾਸੇ ਸਾਡੀ ਫੌਜ ਅਤੇ ਇੱਧਰਲੇ ਪਾਸੇ ਬਲੋਚ। ਨਾ ਬਲੋਚ ਕਹਿਣ ਕਿਸੇ ਨੂੰ ਨਿਕਲਣ ਦੇਣਾ, ਅਤੇ ਨਹੀਂ ਜੀ ਬਾਹਰ ਤਾਂ ਦੇਖੋ ਨਿਕਲ ਕੇ, ਬਾਹਰ ਤਾਂ ਦੇਖੋ ਨਿਕਲ ਕੇ ਤੁਹਾਨੂੰ ਦੱਸੀਏ। ਅਤੇ ਸਾਡੇ ਸਿੱਖ ਵਿਚਾਰੇ ਉਹਨਾਂ ਨੂੰ ਬਚਾਉਂਦੇ ਰਹੇ। ਸਾਰੀ ਰਾਤ ਰਹਿ ਗਏ, ਸਵੇਰੇ ਦਿਨ ਚੜ੍ਹਿਆ, ਰੌਲਾ ਗੋਲਾ ਤੇ ਰਿਹਾ, ਪਰ ਕਿਸੇ ਨੂੰ ਬਾਹਰ ਜਾਣ ਨੂੰ ਜਗ੍ਹਾ। ਫਿਰ ਸਵੇਰੇ ਫਿਰ ਕਿਸੇ ਟਰੱਕ 'ਤੇ ਉੱਪਰ ਹੀ ਨਹੀਂ ਜੀ, ਨਾ ਵਿੱਚੋਂ ਕੋਈ ਨਾ ਫੌਜੀਆਂ ਦਾ ਹੀ ਨਾ ਕੋਈ ਟਰੱਕ ਸੀਗਾ ਸੀ, ਉਹ ਚੱਲਿਆ ਸੀ। ਉਹਦੇ ਉੱਤੇ ਮੈਨੂੰ ਚੜ੍ਹਾ ਦਿੱਤਾ। ਅੱਛਾ। ਮੇਰਾ 1 ਸਾਲ ਦਾ ਬੇਟਾ ਅਤੇ 2 ਸਾਲ ਦੀ ਬੇਟੀ, ਸਾਲ ਪਿੱਛੇ ਹੋ ਗਏ ਸੀ। 2 ਸਾਲ ਦੀ ਬੇਟੀ ਅਤੇ ਇੱਕ ਉਹ। ਸਾਰਾ ਰਸਤਾ ਉਹ ਆਏ, ਨਾਲ ਹੀ ਬਾਹਰ ਬੈਠੀ ਆਈ ਸਮਾਨ ਦੇਣਾ, ਉੱਪਰ ਲੱਤਾਂ ਲਟਕਾ ਕੇ ਬਾਹਰ। ਭੁੱਖ ਰਹਿੰਦੀ, ਭੁੱਖ ਨਾ ਪਾਣ, ਕੁਛ ਵੀ ਨਾ ਖਾਣ ਨੂੰ। ਫਿਰ ਬਸ ਫਿਰ ਆ ਗਏ। ਰਾਤ ਨੂੰ ਲਾਹੌਰ ਰਹੇ, ਜਿੱਥੇ ਫੌਜੀ ਠਹਿਰੇ ਉੱਥੇ ਰਹੇ। ਉੱਥੇ ਸਾਨੂੰ 2 ਫੁਲਕੇ ਅਤੇ ਸੁੱਕੇ ਆਲੂ ਦੇ ਪੀਸ ਉਹ ਦਿੱਤੇ। ਉੱਥੇ ਪਾਣੀ ਪਿਲਾਇਆ ਅਤੇ ਛਾਉਣੀ, ਲਾਹੌਰ ਛਾਉਣੀ ਰਾਤ ਰਹੇ। ਮੁਸ਼ਕਿਲ ਨਾਲ ਰਾਤ ਰਹੇ। ਸਵੇਰੇ ਉੱਠ ਕੇ ਨਾਲ ਚੱਲੇ, ਕਹਿੰਦੇ ਆ ਜਾਓ ਚਲੋ ਟਰੱਕ ਕੱਢਿਆ ਜੀ। ਉਹ ਟਰੱਕ 'ਤੇ ਬੈਠ ਕੇ ਅੰਮ੍ਰਿਤਸਰ ਵੱਲ ਨੂੰ ਆ ਗਏ। ਵਾਹ ਜੀ। ਹਾਂਜੀ। ਅਤੇ ਨਾ ਜੀ, ਹਾਂਜੀ ਨਾ ਅੰਮ੍ਰਿਤਸਰ ਆ ਕੇ ਮੇਰੀ ਤਾਂ ਕੁਛ ਨਹੀਂ ਸੀ ਏਜ ਜੀ, ਮੈਂ ਤਾਂ 20 ਸਾਲ ਦੀ ਸੀ। ਹਾਂ ਬਿਲਕੁਲ 20 ਸਾਲ ਦੀ ਸੀ ਮੇਰੀ, ਕੁਛ ਵੀ ਨਹੀਂ ਏਜ। ਲੇਕਿਨ ਮੈਨੂੰ ਯਾਦ ਆ ਗਿਆ ਜਦੋਂ ਅਸੀਂ ਪਹਿਲੀ ਵਾਰੀ ਅਨੰਦਪੁਰ ਸਾਹਿਬ ਗਏ ਸੀ। ਉਹ ਜਾਂਦੇ ਹਾਂ, ਅਸੀਂ ਜਾਂਦੇ ਰਾਹ 'ਚ ਨਾ ਇੱਥੇ ਨਾ ਅਸੀਂ ਰਾਤ ਨੂੰ ਇੱਥੇ ਕਾਲਜ ਰਹੇ ਸੀ, ਖਾਲਸਾ ਕਾਲਜ। ਹਾਂਜੀ, ਖਾਲਸਾ ਕਾਲਜ। ਔਰ ਪਰਲਾ ਗੇਟ ਜੀ, ਉਹਦਾ ਨਹੀਂ, ਪਰਲਾ ਗੇਟ ਜਿਹੜਾ ਨਾ ਉਧਰੋਂ ਸ਼ੁਰੂ ਹੁੰਦਾ ਪਹਿਲਾਂ। ਜੀ ਜੀ। ਅਤੇ ਨਾ ਮੈਂ ਨਹੀਂ ਜੀ, ਮੈਂ ਪੁੱਛਿਆ ਉਹਨਾਂ ਬੰਦਿਆਂ ਨੂੰ ਤੁਸੀਂ ਕਿੱਥੇ ਜਾਣਾ ਹੈ? ਨਾ ਜੀ, ਉਹ ਕਹਿੰਦੇ ਤੁਸੀਂ ਕਿੱਥੇ ਜਾਣਾ? ਮੈਂ ਕਿਹਾ ਮੈਨੂੰ ਤਾਂ ਕੋਈ ਇੱਦਾਂ ਖਾਸ ਜਗ੍ਹਾ ਨਹੀਂ, ਯਾਦ ਆਉਂਦੀਆਂ। ਤੁਸੀਂ ਮੈਨੂੰ ਖਾਲਸਾ ਕਾਲਜ ਗੇਟ ਕੋਲ ਲਾ ਦਿਓ। ਉਹਨੇ ਮੈਨੂੰ ਉੱਥੇ ਲਾ ਦਿੱਤਾ। ਉੱਥੋਂ ਆਪਣੇ ਬੱਚੇ ਚੁੱਕ ਕੇ ਜਾ ਕੇ ਕਿਸੇ ਪ੍ਰੋਫੈਸਰ ਦੇ ਘਰ ਰਹਿ ਗਏ। ਇੱਥੇ ਸਰੀਨ ਆਇਆ ਬਾਬਾ। ਅੱਛਾ। ਪਹਿਲਾਂ ਤੁਹਾਨੂੰ ਯਾਦ ਆ ਗਿਆ ਉੱਥੇ ਮੌਕੇ 'ਤੇ? ਪਹਿਲਾਂ ਜਾ ਕੇ ਆਏ ਸੀ ਨਾ, 2-3 ਸਾਲ ਪਹਿਲਾਂ ਲਾਏ ਸੀ। ਚਲੋ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ, ਤੁਸੀਂ ਵਕਤ ਦਿੱਤਾ ਔਰ ਬਹੁਤ ਸੋਹਣੀਆਂ ਗੱਲਾਂ ਕੀਤੀਆਂ। ਵਾਹਿਗੁਰੂ ਤੁਹਾਡਾ ਧੰਨਵਾਦ ਜੀ। ਸ਼ੁਕਰ ਆ ਵਾਹਿਗੁਰੂ ਦਾ। ਮਿਹਰਬਾਨੀ, ਰਾਜੀ ਰਹਿਣ। ਸ਼ੁਕਰੀਆ ਜੀ। ਰੱਬ ਸਾਹਿਬ ਜੀ, ਹੁਣ ਮੇਰੇ ਸਾਹਮਣੇ ਨੇ ਜੀ ਸਰਦਾਰ ਕੁਲਵਿੰਦਰ ਸਿੰਘ ਦੋਸਾਂਝ ਜੀ, ਜਿਹੜੇ ਕਿ ਚੌਧਰੀ ਮਾਲੀ ਰਾਮ ਜੀ ਦੇ ਪੋਤਰੇ ਨੇ। ਮੈਂ ਪੁੱਛਣਾ ਚਾਹੁੰਦਾ ਵੀ ਇਹਨਾਂ ਨੂੰ ਆਪਣੀ ਉਹ ਫੈਮਿਲੀ ਦੀ ਬੈਕਗਰਾਊਂਡ, ਆਪਣੇ ਦਾਦਾ ਜੀ ਬਾਰੇ ਜਾਂ ਪਿਤਾ ਜੀ ਬਾਰੇ, ਜਾਂ ਜੋ ਕੁਛ ਵੀ ਇਹਨਾਂ ਨੇ ਬਜ਼ੁਰਗਾਂ ਕੋਲੋਂ ਸੁਣਿਆ, ਜਾਂ ਜੋ ਕੁਛ ਵੀ ਉਹਨਾਂ ਦੀਆਂ ਗੱਲਾਂ 'ਚੋਂ ਇਹਨਾਂ ਨੇ ਮਹਿਸੂਸ ਕੀਤਾ, ਉਹ ਸਾਡੇ ਨਾਲ ਸਾਂਝਾ ਕਰਨ। ਤੁਹਾਨੂੰ ਕਿਵੇਂ ਲੱਗਦਾ ਜੀ ਕਿ ਤੁਸੀਂ ਤਾਂ ਮਿਲਦੇ ਰਹੇ ਆ ਬਚਪਨ ਤੋਂ, ਇਹਨਾਂ ਸਾਰੇ ਪਾਤਰਾਂ ਨਾਲ ਗੱਲਬਾਤ ਕੀਤੀ ਹੈ, ਤੁਸੀਂ ਕਿੰਨਾ ਕੁ ਜਾਣਦੇ ਆ ਉਸ ਜੜ੍ਹਾਂ ਨੂੰ ਜਿੱਥੋਂ ਤੁਹਾਡੇ ਬਜ਼ੁਰਗ ਉੱਠ ਕੇ ਆਏ, ਉਸ ਪਿੰਡ ਨੂੰ ਜਾਂ ਉਸ ਰੁਤਬਿਆਂ ਨੂੰ?
ਦੇਖੋ ਭਾਜੀ, ਗੱਲਾਂ ਤਾਂ ਬਹੁਤ ਲੰਬੀਆਂ ਚੌੜੀਆਂ ਹੈਗੀਆਂ, ਪਰ ਜੇ ਆਪਾਂ ਥੋੜ੍ਹਾ ਬਰੀਫਲੀ ਗੱਲ ਕਰੀਏ ਤਾਂ ਮੈਂ ਇਹ ਕਹਿ ਸਕਦਾ ਕਿ ਅਸੀਂ ਜੋ ਅਸੀਂ ਅੱਜ ਹੈਗੇ ਹਾਂ ਉਹ ਇਹ ਬਜ਼ੁਰਗਾਂ ਦੀ ਦੇਣ ਆ ਸਾਨੂੰ, ਵਰਨਾ ਤੁਹਾਨੂੰ ਪਤਾ ਹੀ ਹੈ। ਬਿਲਕੁਲ। ਔਰ ਸਾਡੇ ਬਜ਼ੁਰਗ ਜਦੋਂ ਇੱਥੋਂ ਪਾਕਿਸਤਾਨ ਨੂੰ ਗਏ ਆ ਉਦੋਂ ਉਹਨਾਂ ਦੀ ਮਾਲੀ ਹਾਲਤ ਕੋਈ ਬਹੁਤ ਵਧੀਆ ਨਹੀਂ ਸੀਗੀ ਜੀ, ਪਰ ਉਹਨਾਂ ਦੀ ਜਿਹੜੀ ਦ੍ਰਿੜਤਾ ਸੀਗੀ, ਜਿਹੜੀ ਉਹਨਾਂ ਦੀ ਮਿਹਨਤ ਸੀ, ਉਹਦਾ ਨਤੀਜਾ ਹੈ, ਉਹਦਾ ਸਿੱਟਾ ਹੈ ਕਿ ਅੱਜ ਅਸੀਂ ਇੱਥੇ ਬੈਠੇ ਹਾਂ। ਔਰ ਜਦੋਂ ਤੁਸੀਂ ਆਪੇ ਇਮੈਜਿਨ ਕਰੋ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਇੱਕ ਬੰਦਾ ਰਾਜਿਆਂ ਵਾਂਗੂ ਰਹਿੰਦਾ ਹੋਵੇ ਜੀ, ਉਹ ਇੰਡੀਆ ਨੂੰ ਆ ਜਾਵੇ ਪਾਰਟੀਸ਼ਨ ਦੇ ਦੌਰਾਨ, ਸਿਰਫ 2 ਕੱਪੜੇ ਉਹਦੇ ਸਰੀਰ 'ਤੇ ਹੋਣ, ਹੋਰ ਕੁਛ ਨਹੀਂ, ਜੇਬ ਖਾਲੀ, ਕੋਈ ਬੈਂਕ ਬੈਲੈਂਸ ਨਹੀਂ, ਕੋਈ ਸੋਨਾ ਨਹੀਂ, ਕੋਈ ਕਾਰ ਨਹੀਂ, ਕੁਛ ਨਹੀਂ, ਔਰ ਫਿਰ ਉਹਨੇ ਦੁਬਾਰਾ ਆਪਣੇ ਪੈਰਾਂ 'ਤੇ ਖੜ੍ਹਾ ਹੋਣਾ, ਇਹ ਤੁਸੀਂ ਆਪੇ ਇਮੈਜਿਨ ਕਰ ਸਕਦੇ ਹੋ ਕਿ ਕਿੰਨੀ ਕੁ ਮਿਹਨਤ ਕੀਤੀ ਹੋਊਗੀ ਬਜ਼ੁਰਗਾਂ ਨੇ ਔਰ ਕਿਸ ਕਿਸਮ ਦੇ ਬੰਦੇ ਹੋ। ਬਿਲਕੁਲ ਬਿਲਕੁਲ। ਚੌਧਰੀ ਸਾਹਿਬ ਦੇ ਬਾਰੇ ਮੈਂ ਇਹ ਕਹਿ ਸਕਦਾ, ਮੇਰੇ ਕੋਲ ਥੋੜ੍ਹਾ ਜਿਹਾ ਸਾਡੇ ਇੱਕ ਰਿਲੇਟਿਵ ਸੀਗੇ, ਉਹ ਇੰਗਲੈਂਡ ਗਏ ਅਤੇ ਲੰਡਨ ਦੇ ਵਿੱਚ ਉਹਨਾਂ ਨੂੰ ਇੱਕ ਮੌਕਾ ਮਿਲਿਆ, ਇੱਕ ਕਿਤਾਬ ਛਪੀ ਸੀ ਜੀ, ਇੰਡੀਆ ਐਂਡ ਦ ਵਾਰ ਜੀ। ਉਹਦੇ ਵਿੱਚ ਇੱਕ ਪੇਜ ਉਹਨਾਂ ਨੇ ਲੱਭਿਆ ਅਤੇ ਉੱਥੇ ਸਾਡੇ ਬਾਬਾ ਜੀ ਚੌਧਰੀ ਸਾਹਿਬ, ਚੌਧਰੀ ਮਾਲੀ ਰਾਮ ਹੋਣਾ ਦੇ ਬਾਰੇ ਕੁਝ ਜ਼ਿਕਰ ਹੈਗਾ, ਅਤੇ ਹੈ ਤਾਂ ਤਕਰੀਬਨ ਅੱਧੇ ਪੇਜ ਦਾ, ਜੇ ਤੁਸੀਂ ਕਹੋ ਤਾਂ ਮੈਂ ਪੜ੍ਹ ਕੇ ਸੁਣਾ ਦਵਾਂ। ਇੰਗਲਿਸ਼ 'ਚ ਆ ਜੀ, ਲਿਖਿਆ ਹੈ ਕਿ ਚੌਧਰੀ ਮਾਲੀ ਰਾਮ ਜ਼ੈਲਦਾਰ, ਕੁਰਸੀ ਨਸ਼ੀਂ ਐਂਡ ਡਿਵੀਜ਼ਨਲ ਦਰਬਾਰੀ ਚੱਕ 93 ਲਾਇਲਪੁਰ, belonged to a respectable family and is widely esteemed in his ilaka for many qualities of head and heart. A more honest, intelligent and hard-working Zaildar is hardly to be met within the province. No suitable opportunity has ever been missed by him for serving the government and the public. Indeed, the moral and material prosperity of the local population was his first consideration. And for this, he received many sannads. Equally commendable have been his services to the cause of education in Lailpur. And these have been recognized by the Education Department by the award of Sannad. His efforts for sanitary and general improvement of the village homestead have also been equally remarkable. He also received a first-class Sannad for fruitful services in connection with arboriculture and also received many khillats. His ardor for public services has been seen during plague epidemics. ਤੁਹਾਨੂੰ ਪਤਾ ਕਿ ਪਲੇਗ ਦੀ ਐਪੀਡੈਮਿਕ ਪਈ ਸੀਗੀ, ਬਿਲਕੁਲ, ਇਹ ਸ਼ਾਇਦ 1911 ਦੀ ਗੱਲ, 1911 1912 ਦੇ ਵਿੱਚ, ਜਦੋਂ ਕਿ ਬਹੁਤ ਬੰਦਾ ਮਰਿਆ ਸੀਗਾ। ਹੁਣ ਅੱਜ ਕੱਲ੍ਹ ਤਾਂ ਕਰੋਨਾ ਦਾ ਜਿੱਦਾਂ ਹੈਗਾ, ਪਰ ਉਹ ਉਸ ਵੇਲੇ ਦੀ ਕਰੋਨਾ ਸੀਗੀ। ਬਹੁਤ ਬਿਲਕੁਲ। And for his plague services in the Lailpur district, he received a Sannad. And for the help of rendering for the expiration of the disease in Jalandhar district, he has again been rewarded by 2 first-class Sannads. He has been presented with a gun by the Commissioner, Multan Division. ਸੋ ਇਹ ਕੁਝ ਉਹਨਾਂ ਦੀਆਂ ਗੱਲਾਂ ਹੈਗੀਆਂ, ਹੈਗਾ ਤਾਂ ਹੋਰ ਵੀ ਕਾਫੀ ਲਿਖਿਆ ਹੈ, ਪਰ ਮੈਂ ਬਹੁਤ ਲੰਬਾ ਹੋ ਜਾਏਗਾ। ਠੀਕ ਹੈ। ਨਹੀਂ, ਵਧੀਆ, ਤੋਂ ਪਤਾ ਲੱਗਦਾ ਉਹਨਾਂ ਦੀ ਪਰਸਨੈਲਿਟੀ ਦਾ ਜੀ, ਕਿ ਜਲੰਧਰ ਦੇ ਵਿੱਚ ਵੀ ਉਹਨਾਂ ਦੀ ਸਰਵਿਸਿਜ਼ ਕੀਤੀਆਂ, ਅਤੇ ਉੱਥੇ ਜਲੰਧਰ ਦੇ ਵਿੱਚ ਵੀ ਕੀਤੀਆਂ ਜੀ, ਜਿੱਥੇ ਖਟਕੜ ਕਲਾਂ, ਕਿਉਂਕਿ ਆਉਂਦੇ ਜਾਂਦੇ ਰਹਿੰਦੇ ਸੀਗੇ। ਅੱਧਾ ਕੁ ਟਾਈਮ ਉਹ ਪਾਕਿਸਤਾਨ ਰਹਿੰਦੇ ਸੀਗੇ, ਫਿਰ ਅੱਧਾ ਕੁ ਟਾਈਮ ਉਹ ਇੱਥੇ ਖਟਕੜ ਕਲਾਂ ਆ ਜਾਂਦੇ ਸੀਗੇ, ਕੁਛ ਜਲੰਧਰ ਦੇ ਨਾਲ ਵੀ ਲਿੰਕ ਸੀਗੇ ਉਹਨਾਂ ਦੇ। ਹਾਂਜੀ, ਅਤੇ ਖਟਕੜ ਕਲਾਂ ਤੇ ਇੱਕ ਬੜਾ ਮਤਲਬ ਮਸ਼ਹੂਰ ਪਿੰਡ ਆ, ਸ਼ਹੀਦ ਭਗਤ ਸਿੰਘ ਉਹਨਾਂ ਦਾ ਜੱਦੀ ਪਿੰਡ ਹੈ ਜੀ ਉਹ। ਜੀ ਜੀ ਬਿਲਕੁਲ। ਉਹਨਾਂ ਨਾਲ, ਉਸ ਫੈਮਿਲੀ ਨਾਲ ਇਹਨਾਂ ਦੇ ਰਿਸ਼ਤੇ ਕਿਸ ਤਰ੍ਹਾਂ ਦੇ ਸੀ? ਦੇਖੋ ਜੀ, ਜੋ ਸੁਣਨ 'ਚ ਆਉਂਦਾ ਆ ਕਿ ਬਿਲਕੁਲ ਨੇਬਰ ਸੀਗੇ, ਨਾਲ ਨਾਲ ਦਰਵਾਜ਼ਾ ਸੀ। ਉਹ ਤਾਂ ਮੈਂ ਵੀ ਦੇਖਿਆ, ਭਗਤ ਸਿੰਘ ਉਹਨਾਂ ਦਾ ਵੀ ਘਰ ਦੇਖਿਆ ਹੈ, ਸ਼ਹੀਦ ਸਾਹਿਬ ਦਾ, ਅਤੇ ਸਾਡਾ ਵੀ ਉੱਥੇ ਹੀ ਆ। ਸਾਡੇ ਘਰ ਦੇ ਵਿੱਚ ਹੁਣ ਅਸੀਂ ਡੋਨੇਟ ਕਰ ਦਿੱਤਾ ਸੀਗਾ, ਉੱਥੇ ਹੁਣ ਸਕੂਲ ਬਣ ਗਿਆ ਹੈ। ਵਾਹ ਜੀ ਵਾਹ। ਅਤੇ ਸਰਦਾਰ ਅਜੀਤ ਸਿੰਘ ਹੁਣੀ, ਭਗਤ ਸਿੰਘ ਹੁਣਾਂ ਦੇ ਚਾਚਾ ਜੀ ਜ਼ਿਆਦਾ ਹੁੰਦੇ ਸੀਗੇ। ਸ਼ਹੀਦ ਸਾਹਿਬ ਆਪ ਤਾਂ ਬਹੁਤਾ ਪਿੰਡ 'ਚ ਨਹੀਂ ਸੀ ਰਹਿੰਦੇ ਜੀ ਜੀ, ਅਤੇ ਕਿਉਂਕਿ ਕੁਛ ਦੇਰ ਉਹ ਫਿਰ ਥੋੜ੍ਹਾ, ਤੁਹਾਨੂੰ ਪਤਾ, ਕੁਛ ਅੰਡਰਗਰਾਊਂਡ ਰਹੇ ਆ, ਉਹ ਪਿੰਡ 'ਚ ਘੱਟ ਵੱਧ ਆਉਂਦੇ ਸੀਗੇ। ਪਰ ਇੰਨਾ ਮੈਨੂੰ ਯਾਦ ਆ, ਸਾਡੇ ਬਾਬਾ ਜੀ ਨੇ, ਸਾਡੇ ਬਜ਼ੁਰਗਾਂ ਨੇ ਗੱਲ ਸੁਣਾਈ ਸੀ ਕਿ ਇੱਕ ਵਾਰ ਸਰਦਾਰ ਭਗਤ ਸਿੰਘ ਹੁਣੀ ਬਿਮਾਰ ਹੋ ਗਏ, ਕੋਈ ਕਾਰਨ ਵਰਸ਼, ਮੈਨੂੰ ਪਤਾ ਨਹੀਂ ਕੀ ਗੱਲ ਸੀਗੀ, ਪਰ ਉਹਨਾਂ ਨੂੰ ਹੌਸਪੀਟਲ ਐਡਮਿਟ ਕਰਾਉਣਾ ਪਿਆ ਲਾਹੌਰ।
ਜੀ ਤੇ ਉਹਨਾਂ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਹੁਣਾਂ ਨੇ ਮੇਰੇ ਬਾਬਾ ਜੀ ਦੀ ਡਿਊਟੀ ਲਾਈ ਵੀ ਮੁੰਡੇ ਦਾ ਖਿਆਲ ਕਰੋ ਜਾ ਕੇ, ਮੈਂ ਜਾ ਨਹੀਂ ਸਕਦਾ। ਸੋ ਸਾਡੀ ਫੈਮਿਲੀ ਦੇ ਵਿੱਚੋਂ ਕਦੀ ਸਾਡੇ ਬਾਬਾ ਜੀ ਤੇ ਕਦੀ ਸਾਡੇ ਮੇਰੇ ਆਪਣੇ ਚਾਚਾ ਜੀ ਜਾ ਕੇ ਉਹਨਾਂ ਦੇ ਕੋਲ ਰਹਿੰਦੇ ਰਹੇ ਤਕਰੀਬਨ ਹਫ਼ਤਾ। ਤੇ ਸਾਨੂੰ ਇਹ ਸਾਡੀ ਮਤਲਬ ਚੰਗੀ ਕਿਸਮਤ ਆ ਕਿ ਸਾਨੂੰ ਉਹਨਾਂ ਦੀ ਸੇਵਾ ਦਾ ਮੌਕਾ ਮਿਲਿਆ। ਵਾਹ ਜੀ ਵਾਹ, ਵਾਹ ਜੀ ਵਾਹ, ਹਾਂਜੀ ਬਹੁਤ ਵਧੀਆ ਗੱਲ ਹੈ ਜੀ। ਜੀ ਤੇ ਜਿਹੜੀ ਹੁਣ ਅੱਗੇ ਭਗਤ ਸਿੰਘ ਉਹਨਾਂ ਦੇ ਜਿੱਦਾਂ ਕਹਿ ਲਓ ਬ੍ਰਦਰ, ਉਹਨਾਂ ਦੇ ਗਾਹਾਂ ਪੋਤੇ ਹਾਂਜੀ ਜਿਹੜੇ ਰਹਿੰਦੇ ਆ ਸਹਾਰਨਪੁਰ ਜਾਂ ਆਸੇ-ਪਾਸੇ, ਕਦੀ ਉਹਨਾਂ ਨਾਲ ਕੋਈ ਹੈ ਕਨੈਕਸ਼ਨ? ਜੀ ਨਹੀਂ ਭਾਜੀ। ਉਸ ਤੋਂ ਬਾਅਦ ਫਿਰ ਕੁਛ ਇੱਦਾਂ ਦਾ ਕੰਮ ਹੋ ਗਿਆ ਵੀ ਹਰ ਕੋਈ ਬੰਦਾ ਆਪਣੇ ਆਪਣੇ ਪਾਸੇ ਨੂੰ ਹੋ ਗਿਆ ਤੇ ਉਹ ਵੀ ਕੋ ਆਪਣੇ ਲਾਈਨ 'ਚ ਬਿਜ਼ੀ ਆ, ਅਸੀਂ ਆਪਣੀ ਲਾਈਨ 'ਚ ਬਿਜ਼ੀ ਆ। ਜੀ ਜੀ ਜੀ। ਤੇ ਥੋੜ੍ਹੇ ਫਾਸਲੇ ਜਿੱਦਾਂ ਵੀ ਉਹ ਦੂਰ ਚਲੇ ਗਏ, ਅਸੀਂ ਇੱਧਰ ਆ ਗਏ। ਤੇ ਪੁਰਾਣੀਆਂ ਜਨਰੇਸ਼ਨ ਦਾ ਜਿਹੜਾ ਰਿਸ਼ਤਾ ਸੀ ਨਾ ਜੀ, ਉਹ ਹੁਣ ਅਗਲੀਆਂ ਜਨਰੇਸ਼ਨਸ ਦਾ ਰਿਹਾ ਨਹੀਂ ਰਿਹਾ। ਇਹ ਹਰ ਪਾਸੇ ਤੁਸੀਂ ਦੇਖ ਲਓ ਵੀ ਉਹ ਇਹ ਫਰਕ ਪੈ ਗਿਆ ਹੈ। ਬਿਲਕੁਲ ਬਿਲਕੁਲ ਜੀ। ਤੇ ਆਹ ਪਿੰਡ ਤੁਹਾਨੂੰ ਵਡਾਲਾ ਮਿਲਿਆ ਨਾ ਜੀ? ਵਡਾਲਾ ਮਿਲਿਆ ਜੀ। ਪਹਿਲਾਂ ਜਦੋਂ ਅਸੀਂ ਆਏ ਆ, ਪਹਿਲਾਂ ਤਾਂ ਖੁਰਲਾ ਕਿੰਗਰਾ ਨਾਲ ਹੀ ਹੈਗਾ, ਜੀ ਜੀ ਜੀ। ਇੱਥੇ ਬਹਿ ਗਏ। ਜਿਹੜਾ ਘਰ ਖਾਲੀ ਮਿਲਿਆ ਉਹ ਤੇ ਇਹੀ ਹੁੰਦਾ ਸੀ ਵੀ ਜਿਹੜਾ ਘਰ ਖਾਲੀ ਮਿਲਦਾ ਜਾ ਕੇ ਬਹਿ ਲਓ। ਤੇ ਉੱਥੋਂ ਫਿਰ ਘਰ ਦੇ ਵਡਾਲੇ ਆ ਗਏ। ਵਡਾਲੇ ਫਿਰ ਇੱਦਾਂ ਸੀਗੇ ਕਿ ਫਾਦਰ ਸਾਹਿਬ ਦਾ ਥੋੜ੍ਹੇ ਬਹੁਤੇ ਨੌਲੇਜ ਸੀਗੀ ਉਹਨਾਂ ਨੂੰ, ਕੁਛ ਥੋੜ੍ਹੇ ਬਹੁਤੇ ਪੜ੍ਹੇ ਲਿਖੇ ਸੀਗੇ। ਉਹਨਾਂ ਨੂੰ ਆਫਰ ਤਾਂ ਇਹ ਵੀ ਹੋਈ ਸੀ ਵੀ ਤੁਸੀਂ ਡਬਲ ਜ਼ਮੀਨ ਲੈ ਲਓ, 3 ਟਾਈਮਸ ਜ਼ਮੀਨ ਲੈ ਲਓ, ਪਰ ਤੁਸੀਂ ਇੱਧਰ ਮੁਕਤਸਰ ਮਲੋਟ ਇੱਧਰਲੇ ਪਾਸੇ ਚਲੇ ਜਾਓ। ਜੀ। ਪਰ ਉਹਨਾਂ ਨੇ ਨਾ ਕਰ ਦਿੱਤੀ। ਉਹ ਕਹਿੰਦੇ ਮੈਨੂੰ ਥੋੜ੍ਹੀ ਦੇ ਦਿਓ, ਪਰ ਮੈਂ ਰਹਿਣਾ ਇੱਥੇ ਇਸ ਏਰੀਏ 'ਚ ਹੀ ਹੈ, ਸ਼ਹਿਰ ਦੇ ਨੇੜੇ? ਸ਼ਹਿਰ ਦੇ ਨੇੜੇ ਵਡਾਲਾ। ਜੀ। ਇੱਕ ਗੱਲ ਹੋਰ ਦੱਸਿਓ ਦਸਾਂਝ ਸਾਹਿਬ, ਇੱਥੇ ਨਾ ਕਾਫੀ ਵਡਾਲਾ ਪਿੰਡ ਮਸ਼ਹੂਰ ਆ, ਕਾਫੀ ਮਤਲਬ ਮੈਨੂੰ ਐਂ ਲੱਗਦਾ ਕਿ ਬੜੀਆਂ ਰਸੂਖ ਵਾਲੇ ਜਿਹੜੇ ਪਰਿਵਾਰ ਇੱਥੇ ਆ ਕੇ ਬਸੇ। ਕੁਝ ਦੇ ਤੁਸੀਂ ਜੇ ਤੁਹਾਨੂੰ ਨਾਂ ਯਾਦ ਹੋਣ ਜਾਂ ਤੁਹਾਨੂੰ ਪਤਾ ਹੀ ਹੋਊਗਾ, ਨਾਂ ਦੱਸੋ ਤੁਸੀਂ ਉਹਨਾਂ ਦੇ ਸਾਨੂੰ। ਵਡਾਲੇ ਪਿੰਡ ਦੇ? ਜੀ ਜੀ। ਵਡਾਲੇ ਪਿੰਡ ਦੇ ਸਾਡੇ ਮਸ਼ਹੂਰ ਕਾਂਗਰਸ ਦੇ ਮਿਨਿਸਟਰ ਹੋਏ ਆ ਜੀ, ਸਰਦਾਰ ਅਮਰਾਓ ਸਿੰਘ ਹੋਣੀ। ਉਹਨਾਂ ਦੇ ਫਾਦਰ ਸਰਦਾਰ ਬਖਤਾਵਰ ਸਿੰਘ ਹੋਣੀ ਬੜੇ ਮਸ਼ਹੂਰ ਸ਼ਖਸੀਅਤ ਸੀਗੇ, ਬੜੇ ਸਿਆਣੇ, ਸਾਡੇ ਗੋਡ ਫਾਦਰ ਹੀ ਸੀਗੇ ਇੱਕ ਕਿਸਮ ਦੇ। ਸਾਡੇ ਸਿਰ 'ਤੇ ਸਾਡੇ ਮੋਢੇ 'ਤੇ ਹਮੇਸ਼ਾ ਉਹਨਾਂ ਨੇ ਹੱਥ ਰੱਖਿਆ, ਸਰਦਾਰ ਬਖਤਾਵਰ ਸਿੰਘ ਉਹਨਾਂ ਨੇ। ਜੀ। ਪਿੱਛੋਂ ਵੀ ਇਹ ਲਾਇਲਪੁਰ ਤੋਂ ਵੀ ਇਹ ਤਕਰੀਬਨ ਸਾਡੇ ਨਾਲ ਹੀ ਆਏ ਹੈਗੇ ਆ, ਉੱਥੇ ਵੀ ਸਾਡੇ ਗੁਆਂਢੀ ਹੁੰਦੇ ਸੀਗੇ। ਜੀ ਜੀ। ਤੇ ਸਰਦਾਰ ਕੁਲਦੀਪ ਸਿੰਘ ਵਡਾਲਾ, ਉਹਨਾਂ ਦੀ ਫੈਮਿਲੀ ਹੈਗੀ ਆ, ਉਹ ਵੀ ਸਾਡੇ ਬੜੇ ਪਿਆਰੇ ਸੱਜਣ ਸਾਰੇ ਪਰਿਵਾਰ ਹੈਗਾ ਹੈ ਜੀ। ਉਹਨਾਂ ਦੀਆਂ ਵੀ ਐਕਚੁਅਲੀ ਵਡਾਲੇ ਦੇ ਵਿੱਚ ਜਿਹੜੀਆਂ ਫੈਮਿਲੀਜ਼ ਜੱਟਾਂ ਦੀਆਂ ਤੁਸੀਂ ਕਹਿ ਲਓ ਤਾਂ 3 ਫੈਮਿਲੀਜ਼ ਉਹਨਾਂ ਦੀਆਂ ਜੀ। ਉਹ ਸੰਘੇੜੇ ਹੈਗੇ ਆ ਜੀ। ਤੇ 3-4 ਫੈਮਲੀਆਂ ਸਾਡੀਆਂ, ਅਸੀਂ ਦੁਸਾਂਝ ਹੈਗੇ। ਅੱਛਾ ਜੀ, ਠੀਕ ਹੈ ਜੀ। ਚਲੋ ਦੱਸ ਦਈਏ ਕਿ ਇਹਨਾਂ ਦਾ ਜਿਹੜਾ ਨਾਮ ਜ਼ਿਆਦਾ ਮਸ਼ਹੂਰ ਕਹਿ ਲਓ ਜਾਂ ਚੱਲਦਾ ਉਹ ਹੈਗਾ ਜੀ ਰੋਮੀ ਦੁਸਾਂਝ ਹੈ ਨਾ ਜੀ? ਹਾਂਜੀ ਸਰ। ਚਲੋ ਰੋਮੀ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸਰ। ਤੁਸੀਂ ਮੌਕਾ ਦਿੱਤਾ। ਬੜੀ ਦੇਰ ਦੀ ਮੇਰੀ ਖਾਹਿਸ਼ ਸੀਗੀ ਕਿ ਜੀ ਮੈਂ ਬਜ਼ੁਰਗਾਂ ਨੂੰ ਮਿਲਾਂ, ਉਸ ਕਹਾਣੀ ਨੂੰ ਫੜਾਂ ਜਿਹੜੀ, ਕਿਉਂਕਿ ਬਾਰ-ਬਾਰ ਜ਼ਿਕਰ ਜਦੋਂ ਕਿਸੇ ਪਰਸਨੈਲਿਟੀ ਦਾ ਹੁੰਦਾ ਇੰਟਰਵਿਊ ਦੇ ਦੌਰਾਨ, ਫਿਰ ਮੇਰੇ ਅੰਦਰ ਵੀ ਇੱਕ ਖਾਹਿਸ਼ ਜਾਗ ਪੈਂਦੀ ਆ ਕਿ ਉਹਨਾਂ ਉਸ ਫੈਮਿਲੀ ਨੂੰ ਲੱਭਿਆ ਜਾਵੇ। ਖੈਰ ਇਸ ਮਾਮਲੇ 'ਚ ਤੁਸੀਂ ਮੈਨੂੰ ਖੁਦ ਲੱਭ ਲਿਆ ਔਰ ਆਪਾਂ ਇੱਕ ਰਾਬਤੇ ਦੇ ਵਿੱਚ ਰਹੇ ਅਤੇ ਅੱਜ ਇਹ ਗੱਲਬਾਤ ਹੋਈ। ਤੁਹਾਡਾ ਬਹੁਤ ਬਹੁਤ ਧੰਨਵਾਦ।